स्वागत है पीटीसी न्यूज़ ਵਿੱਚ ਸਾਰੇ ਦਰਸ਼ਕਾਂ ਦਾ ਤੇ ਮੈਂ ਹਰਪ੍ਰੀਤ ਸਿੰਘ ਵਿਚਾਰ ਤਕਰਾਰ ਲੈ ਕੇ ਇੱਕ ਵਾਰ ਫਿਰ ਤੋਂ ਤੁਹਾਡੇ ਸਾਹਮਣੇ ਹਾਜ਼ਰ ਹਾਂ। ਅੱਜ ਦੀ ਵਿਚਾਰ ਚਰਚਾ ਦੇ ਵਿੱਚ ਅਸੀਂ ਚਰਚਾ ਕਰਾਂਗੇ ਅਮਰੀਕਾ ਤੇ ਕੈਨੇਡਾ ਵਿਚਾਲੇ ਚੱਲ ਰਹੀ ਟ੍ਰੇਡ ਵਾਰ ਦੀ, ਜਿਸ ਦੇ ਨਾਲ ਨਾ ਸਿਰਫ ਦੋਵੇਂ ਮੁਲਕਾਂ ਦੇ ਉਦਯੋਗਪਤੀਆਂ ਜੌਬ ਕਰਨ ਵਾਲੇ ਲੋਕਾਂ ਦੇ ਨਾਲ ਆਮ ਲੋਕਾਂ ਨੂੰ ਵੀ ਵੱਡਾ ਫਰਕ ਪੈ ਸਕਦਾ ਹੈ। ਹੁਣ ਸਵਾਲ ਇਹ ਹੈ ਕਿ ਕੈਨੇਡਾ ਤੇ ਅਮਰੀਕਾ ਦੇ ਵਪਾਰ ਦੀ ਚਰਚਾ ਅਸੀਂ ਕਿਉਂ ਕਰਨ ਜਾ ਰਹੇ ਹਾਂ। ਸੋ ਤੁਹਾਨੂੰ ਇਹ ਦੱਸ ਦਈਏ ਕਿ ਜੇਕਰ ਅਮਰੀਕਾ ਤੇ ਕੈਨੇਡਾ ਨੇ ਵੱਖ-ਵੱਖ ਚੀਜ਼ਾਂ ਉੱਤੇ ਟੈਕਸ ਜਾਂ ਡਿਊਟੀਆਂ ਲਗਾਉਣੀਆਂ ਸ਼ੁਰੂ ਕਰ ਦਿੱਤੀਆਂ ਤਾਂ ਇਸ ਦਾ ਸਿੱਧਾ ਅਸਰ ਭਾਰਤ ਅਤੇ ਕੈਨੇਡਾ ਅਮਰੀਕਾ ਦੇ ਵਿੱਚ ਵਸਦੇ ਪੰਜਾਬੀ ਭਾਈਚਾਰੇ ਤੇ ਵੀ ਪਏਗਾ। ਗੱਲ ਇੱਥੇ ਨਹੀਂ ਮੁੱਕ ਜਾਂਦੀ, ਬਲਕਿ ਜੋ ਪੰਜਾਬੀ ਨੌਜਵਾਨ ਕੈਨੇਡਾ ਜਾਂ ਅਮਰੀਕਾ ਜਾਣ ਦੀ ਸੋਚ ਰਹੇ ਨੇ ਉਹਨਾਂ ਦੀ ਇਮੀਗ੍ਰੇਸ਼ਨ ਤੇ ਵੀ ਵੱਡਾ ਅਸਰ ਪੈ ਸਕਦਾ ਹੈ। ਦਰਅਸਲ ਨਾਫਟਾ ਹੈ ਕੀ ਹੈ ਇਹ ਵੀ ਤੁਹਾਨੂੰ ਦੱਸ ਦਈਏ। ਸਨ 1999 ਨੂੰ ਅਮਰੀਕਾ ਤੇ ਕੈਨੇਡਾ ਵਿਚਾਲੇ ਬਾਇਲੈਟਰਲ ਯਾਨੀ ਕਿ ਦੁਵੱਲੇ ਕਾਰੋਬਾਰ ਨੂੰ ਲੈ ਕੇ ਇੱਕ ਐਗਰੀਮੈਂਟ ਹੋਇਆ ਸੀ, ਜਿਸ ਦੇ ਵਿੱਚ ਟੈਕਸ ਅਤੇ ਡਿਊਟੀਜ਼ ਨੂੰ ਘੱਟ ਕਰਕੇ ਨਾ ਦੇ ਬਰਾਬਰ ਕਰ ਦਿੱਤਾ ਗਿਆ। ਬਾਅਦ ਦੇ ਵਿੱਚ ਸਨ 1994 ਦੇ ਵਿੱਚ ਮੈਕਸੀਕੋ ਵੀ ਇਸ ਐਗਰੀਮੈਂਟ ਦੇ ਨਾਲ ਜੁੜ ਗਿਆ ਤੇ ਸੰਧੀ ਦਾ ਨਾਮ ਰੱਖਿਆ ਗਿਆ ਨਾਫਟਾ। ਹੁਣ ਦਰਅਸਲ ਹੋਇਆ ਇਹ ਹੈ ਕਿ ਅਮਰੀਕਾ ਦੇ ਰਾਸ਼ਟਰਪਤੀ ਟਰੰਪ ਨੇ ਕੈਨੇਡਾ ਵੱਲੋਂ ਦਰਾਮਦ ਹੁੰਦੀਆਂ ਕੁਝ ਵਸਤੂਆਂ ਉੱਤੇ ਡਿਊਟੀ ਯਾਨੀ ਕਿ ਟੈਕਸ ਲਗਾਉਣ ਦੀ ਗੱਲ ਕੀਤੀ ਹੈ, ਜਿਵੇਂ ਆਟੋਮੋਬਾਈਲ ਇੰਡਸਟਰੀ, ਐਲੂਮੀਨੀਅਮ, ਸਟੀਲ, ਲੱਕੜ, ਜਿਸ ਨੂੰ ਅਮਰੀਕਾ ਤੇ ਕੈਨੇਡਾ ਦੇ ਵਿੱਚ ਲੂੰਬਰ ਕਹਿੰਦੇ ਨੇ, ਮੋਟੀ ਡਿਊਟੀ ਲਗਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ, ਜਿਸ ਦਾ ਸਿੱਧਾ ਅਸਰ ਕੈਨੇਡਾ ਦੀ ਇੰਡਸਟਰੀ ਦੇ ਨਾਲ ਅਰਥਚਾਰੇ ਤੇ ਵੀ ਪਵੇਗਾ। ਇਸੇ ਗੱਲ ਨੂੰ ਵੇਖਦੇ ਹੋਏ ਕੈਨੇਡਾ ਨੇ ਵੀ ਖਾਣ ਪੀਣ ਤੇ ਡੈਰੀ ਪ੍ਰੋਡਕਟਸ ਦੇ ਉੱਪਰ ਡਿਊਟੀ ਲਗਾਉਣ ਦੀ ਤਿਆਰੀ ਕਰ ਲਈ ਹੈ। ਸੋ ਦੋਵੇਂ ਮੁਲਕਾਂ ਦੇ ਵਿਚਾਲੇ ਟ੍ਰੇਡ ਵਾਰ ਹੁਣ ਗੰਭੀਰ ਰੂਪ ਧਾਰਨ ਕਰ ਚੁੱਕੀ ਹੈ। ਇਸ ਦੇ ਕੀ ਪ੍ਰਣਾਮ ਹੋਣਗੇ, ਕੈਨੇਡਾ ਅਮਰੀਕਾ ਤੋਂ ਇਲਾਵਾ ਏਸ਼ੀਆਈ ਮੁਲਕਾਂ ਨੂੰ ਇਸ ਦਾ ਕੀ ਅਸਰ ਪਵੇਗਾ, ਇਸੇ ਤੇ ਵਿਚਾਰ ਚਰਚਾ ਕਰਾਂਗੇ। ਔਰ ਖਾਸ ਤੌਰ ਤੇ ਚਿੰਤਾ ਹੋਰ ਵੱਧ ਜਾਂਦੀ ਹੈ ਜਦੋਂ ਭਾਰਤੀ ਕਮਿਊਨਿਟੀ ਜਿਹੜੀ ਉਹਨਾਂ ਤੇ ਵੀ ਇਹਨਾਂ ਚੀਜ਼ਾਂ ਦਾ ਅਸਰ ਪਵੇਗਾ। ਸਾਡੇ ਨਾਲ ਖਾਸ ਮਹਿਮਾਨ ਮੌਜੂਦ ਨੇ ਇਸ ਪੂਰੀ ਵਿਚਾਰ ਚਰਚਾ ਦੇ ਵਿੱਚ ਬਣੇ ਰਹਿਣ ਦੇ ਲਈ। ਕਮਲਪ੍ਰੀਤ ਸਿੰਘ ਖਹਿਰਾ ਸਾਹਿਬ ਮੌਜੂਦ ਨੇ, ਕੈਨੇਡੀਅਨ ਉਦਯੋਗਪਤੀ ਨੇ, ਇਹਨਾਂ ਮਾਮਲਿਆਂ ਨੂੰ ਬੜੇ ਚੰਗੀ ਤਰ੍ਹਾਂ ਸਮਝਦੇ ਨੇ। ਨਿਰਮਲ ਢੀਂਡਸਾ ਸਾਹਿਬ ਮੌਜੂਦ ਨੇ, ਅਰਥ ਸ਼ਾਸਤਰੀ ਨੇ ਕੈਨੇਡਾ ਦੇ। और प्रोफैसर इंद्रजीत सिंह सलूजा साहब मौजूद ने, एडिटर ने द इंडियन पैनोरमा अमेरिका तो साडे नाल जुड़े हुए ने। प्रभजोत सिंह जी मौजूद ने, कार्यकारी संपादक ने पीटीसी न्यूज़ के। और साडे नाल नरिंदरपाल भी मौजूद ने, न्यूज़ रूम दिल्ली तो। बहुत बहुत स्वागत है सारे मेहमानों का। मैं शुरुआत प्रभजोत सिंह जी थोड़े तो करांगा। ਜਿਹੜੀ ਇਹ ਗੱਲ ਸਮਝ ਆ ਰਹੀ ਹੈ, ਮੋਟੀ ਜਿਹੜੀ ਗੱਲ ਆਪਾਂ ਸਰਲ ਭਾਸ਼ਾ 'ਚ ਕਰੀਏ ਤਾਂ ਇਹ ਸਮਝ ਆਉਂਦਾ ਹੈ ਕਿ ਕੈਨੇਡਾ ਦੇ ਵੱਲੋਂ ਜਿਹੜੀਆਂ ਸਮਾਨ ਨਿਰਯਾਤ ਕੀਤਾ ਜਾਂਦਾ ਸੀ ਅਮਰੀਕਾ ਦੇ ਵਿੱਚ, ਅਮਰੀਕਾ ਵੱਲੋਂ ਜਿਹੜਾ ਸਮਾਨ ਇੱਧਰ ਆਉਂਦਾ ਸੀ, ਉਹਨਾਂ ਦੋਵੇਂ ਚੀਜ਼ਾਂ ਤੇ ਹੁਣ ਡਿਊਟੀਜ਼ ਲੱਗਣ ਜਾ ਰਹੀਆਂ ਨੇ, ਜਿੱਦਾਂ ਸਿੱਧਾ ਅਸਰ ਉਦਯੋਗਪਤੀਆਂ ਤੇ ਤਾਂ ਪਵੇਗਾ ਹੀ ਪਏਗਾ, ਆਮ ਲੋਕਾਂ ਤੇ ਵੀ ਖਾਸਾ ਅਸਰ ਪਵੇਗਾ। ਥੋੜਾ ਸਰਲ ਭਾਸ਼ਾ 'ਚ ਸਮਝਾਓ ਇਹ ਨਾਫਟਾ ਦਾ ਇਸ਼ੂ ਹੈ ਕੀ? ਦੇਖੋ ਅੱਜ ਕੱਲ੍ਹ ਦਾ ਜਿਹੜਾ ਜ਼ਮਾਨਾ ਹੈ, ਕੰਪੈਟੀਟਿਵ ਵਰਲਡ ਹੈ, ਜਿਹੜਾ ਬਿਜ਼ਨਸ ਟ੍ਰੇਡ ਹੈ, ਉਹ ਡਿਫਰੈਂਟ ਕੰਟਰੀਜ਼ ਆਪਣੇ ਡਿਫਰੈਂਟ ਪ੍ਰਾਇਰਟੀਜ਼ ਨੂੰ ਲੈ ਕੇ ਡਿਫਰੈਂਟ ਨੇਸ਼ਨ ਨਾਲ ਐਗਰੀਮੈਂਟ ਕਰਦੇ ਨੇ, ਜਿਨ੍ਹਾਂ ਨੂੰ ਇੱਕ ਦੂਜੇ ਬਾਇਲੇਟਰਲ ਜਿਹੜਾ ਟ੍ਰੇਡ ਹੁੰਦਾ ਉਹਨੂੰ ਇਨਕਰੇਜ ਕਰਨ ਲਈ ਕੁਝ ਡਿਊਟੀਜ਼ ਘਟਾਈਆਂ ਜਾਂਦੀਆਂ ਨੇ, ਇੱਕ ਪਰਟੀਕੂਲਰ ਕੰਟਰੀ ਤੋਂ ਆਉਣ ਲਈ ਤੇ ਦੂਜੇ ਕੰਟਰੀ ਤੋਂ ਐਕਸਪੋਰਟ ਲਈ ਤੇ ਇੱਕ ਤੋਂ ਇੰਪੋਰਟ ਲਈ। ਠੀਕ ਹੈ। ਸੋ ਇਹਦੇ ਵਿੱਚ ਇਸ ਵੇਲੇ ਦੁਨੀਆ ਦੇ ਜਿਹੜੇ ਸਭ ਤੋਂ ਵੱਡੇ ਐਗਰੀਮੈਂਟਸ ਨੇ ਉਹਨਾਂ ਵਿੱਚੋਂ ਨੈਫਟਾ ਇੱਕ ਹੈ। ਬਿਕੋਜ਼ ਜਿਹੜਾ ਜੇ ਆਪਾਂ ਦੇਖੀਏ ਕਿ ਕੈਨੇਡਾ ਤੇ ਯੂਐਸ ਦਾ ਆਪਸ ਦਾ ਜਿਹੜਾ ਟ੍ਰੇਡ ਹੈ, ਤੁਸੀਂ ਅੰਦਾਜ਼ਾ ਇਸ ਗੱਲ ਤੋਂ ਲਗਾ ਲਓ ਕਿ ਰੋਜ਼ ਦਾ $2 ਬਿਲੀਅਨ ਦਾ ਟ੍ਰੇਡ ਹੈ, ਜਿਹਦੇ ਵਿੱਚ ਉਸ ਦੇ ਨਾਲ ਕਿੰਨੇ ਲੋਕ ਵੀ ਜੁੜੇ ਹੋਏ। ਹਾਂ, ਉਹ 40,000 ਲੋਕ ਰੋਜ਼ ਇਹਦੇ ਨਾਲ ਇਫੈਕਟ ਹੁੰਦੇ ਨੇ, ਜਿਹੜੇ ਉੱਥੇ ਆਪਸ ਜਾ ਕੇ ਕੰਮ ਕਰਦੇ ਨੇ। ਤੁਸੀਂ ਅੰਦਾਜ਼ਾ ਇਸ ਤੋਂ ਲਗਾਓ ਕਿ ਜਿਹੜਾ ਭਾਰਤ ਦਾ ਕੈਨੇਡਾ ਨਾਲ ਟੋਟਲ ਟ੍ਰੇਡ ਹੈ, ਇਹ ਸੈੱਟ ਕੀਤਾ ਗਿਆ ਸੀ, ਕੋਸ਼ਿਸ਼ ਕੀਤੀ ਗਈ ਸੀ ਕਿ 2015 ਤੱਕ ਇਹ ਟ੍ਰੇਡ $15 ਬਿਲੀਅਨ ਪਹੁੰਚ ਜਾਵੇ, ਲੇਕਿਨ ਅੱਜ ਵੀ ਇਹ 11-12 ਬਿਲੀਅਨ ਤੇ ਪਹੁੰਚਿਆ। ਔਰ ਕੈਨੇਡਾ ਤੇ ਯੂਐਸਏ ਦਾ ਆਪਸ ਦਾ ਜਿਹੜਾ ਟ੍ਰੇਡ ਹੈ ਉਹ $675 ਬਿਲੀਅਨ ਦਾ ਹੈ। ਕਿੱਥੇ 12 ਬਿਲੀਅਨ ਵੀ ਨਹੀਂ ਟੱਪਿਆ ਸੀ ਤੇ ਕਿੱਥੇ 675। ਇਹ ਕੁਆਂਟਮ ਹੈ ਇਸ ਬਾਇਲੇਟਰਲ ਦਾ। ਸੋ ਇਹਦਾ ਕੀ ਸੀਗਾ ਕਿ ਦੋਨੇ ਕੰਟਰੀਆਂ ਵਿੱਚ ਆਪਸ ਵਿੱਚ ਜਿਹੜਾ ਛੋਟਾ ਟ੍ਰੇਡਰ ਹੈ, ਵੱਡਾ ਟ੍ਰੇਡਰ ਹੈ, ਇੰਡਸਟਰੀਅਲਿਸਟ ਹੈ, ਬਿਜ਼ਨਸਮੈਨ ਹੈ, ਇਨਵੈਸਟਰ ਹੈ ਜੀ, ਉਹ ਸਾਰੇ ਇਸ ਨੈਫਟਾ ਐਗਰੀਮੈਂਟ ਨਾਲ ਕਵਰ ਹੁੰਦੇ ਸੀ। ਤੀਜਾ ਕੰਟਰੀ ਜਿਹੜਾ ਉਹ ਮੈਕਸੀਕੋ ਹੈ। ਸੋ ਇਹਦੇ ਹੁਣ ਫਾਇਦੇ ਹੁੰਦੇ ਰਹੇ, ਚੱਲਦਾ ਰਿਹਾ 1994 ਦੇ। ਫਾਇਦੇ ਕਿਸੇ ਇੱਕ ਧਿਰ ਨੂੰ ਜ਼ਿਆਦਾ ਹੋਈ ਜਾਂ ਤਿੰਨੇ ਧਿਰਾਂ ਨੂੰ ਫਾਇਦੇ? ਜਿਹੜਾ ਬੈਲੈਂਸ ਆਫ ਟ੍ਰੇਡ ਹੈ ਉਹ ਥੋੜਾ ਜਿਹਾ ਅਮਰੀਕਾ ਦੇ ਫੇਵਰ 'ਚ ਹੈ ਇਸ ਵੇਲੇ ਵੀ। ਜੇ ਤੁਸੀਂ ਆਪਾਂ ਜੋ $675 ਬਿਲੀਅਨ ਦੀ ਗੱਲ ਕਰਦੇ ਹਾਂ ਤੇ $8 ਬਿਲੀਅਨ ਦਾ ਜਿਹੜਾ ਬੈਲੈਂਸ ਆਫ ਟ੍ਰੇਡ ਹੈ ਉਹ ਯੂਐਸ ਦੇ ਫੇਵਰ 'ਚ ਹੈ। ਸੋ ਯੂਐਸ ਇਸ ਵੇਲੇ ਮੇਜਰ ਬੈਨੀਫਿਸ਼ਰੀ ਇਸ ਨੈਫਟਾ ਦਾ। ਪਰ ਪ੍ਰਭਜੋਤ ਜੀ ਠੀਕ ਹੈ, ਤੁਸੀਂ ਕਿਹਾ ਕਿ ਉਹ ਬੈਨੀਫਿਸ਼ਰੀ ਵੱਡਾ ਹੈਗਾ, ਪਰ ਇਸ ਦੇ ਬਾਵਜੂਦ ਜੇਕਰ ਢਾਹ ਲੱਗ ਰਹੀ ਹੈ ਤਾਂ ਸ਼ੁਰੂਆਤ ਅਮਰੀਕਾ ਵੱਲੋਂ ਹੋਈ ਹੈ ਕਿ ਨਹੀਂ ਹੋਈ? ਨਹੀਂ, ਦੇਖੋ ਕੀ ਹੋ ਰਿਹਾ ਹੈ ਕਿ ਦੁਨੀਆ ਵਿੱਚ
ਹੁਣ ਹਰ ਕੰਟਰੀ ਕੋਸ਼ਿਸ਼ ਕਰਦਾ ਹੈ ਕਿ ਜਿਹੜੀ ਇੰਪਲੋਇਮੈਂਟ ਦੀ ਗੱਲ ਹੈ, ਬਿਜ਼ਨਸ ਹੈ, ਕਿਉਂਕਿ ਜਿਹੜੇ ਇਕਨੋਮੀਜ਼ ਨੇ ਦੁਨੀਆ ਦੀਆਂ ਸਾਰੀਆਂ ਤਕਰੀਬਨ ਖੜੋਤ ਤੇ ਆ ਗਈਆਂ ਨੇ, ਗਰੋਥ ਰੇਟ ਸਭ ਦਾ ਡਿੱਗ ਰਿਹਾ ਜੀ। ਸੋ ਹਰ ਇੱਕ ਕੰਟਰੀ ਕੋਸ਼ਿਸ਼ ਕਰਦਾ ਹੈ ਕਿ ਆਪਣੀ ਇੰਡਸਟਰੀ ਨੂੰ ਪ੍ਰਮੋਟ ਕਰੇ, ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰੇ, ਅਨਇੰਪਲੋਇਮੈਂਟ ਦੀ ਪ੍ਰੋਬਲਮ ਨੂੰ ਸੌਰਟ ਆਊਟ ਕਰੇ। ਉਹ ਕਿੱਦਾਂ ਹੋਵੇ? ਸੋ ਉਹ ਕੁਛ ਨਾ ਕੁਛ ਇਸ ਤਰ੍ਹਾਂ ਕਰਨਾ ਚਾਹੁੰਦੇ ਨੇ ਕਿ ਆਪਣੇ ਟ੍ਰੇਡ ਨੂੰ, ਆਪਣੇ ਕੰਟਰੀ ਦਾ ਜਿਹੜਾ ਇੰਟਰਨਲ ਟ੍ਰੇਡ ਹੈ, ਜਾਂ ਬਿਜ਼ਨਸ ਹੈ, ਜਾਂ ਇੰਡਸਟਰੀ ਹੈ, ਉਹਨੂੰ ਇਨਕਰੇਜ ਕਰਨ। ਉਹ ਇਨਕਰੇਜ ਕਰਦੇ ਨੇ ਤੇ ਫਿਰ ਜਿਹੜੀਆਂ ਇੰਪੋਰਟਸ ਨੇ, ਜਿਵੇਂ ਹੁਣ ਕੈਨੇਡਾ ਦੀ ਗੱਲ ਆਪਾਂ ਆਟੋ ਇੰਡਸਟਰੀ ਦੀ ਗੱਲ ਕਰਦੇ ਹਾਂ, ਤੇ ਜੇ ਇਹ ਪ੍ਰਪੋਜ਼ ਡਿਊਟੀਜ਼ ਲੱਗ ਜਾਂਦੀਆਂ ਨੇ ਤਾਂ ਦੋਨੇ ਕੰਟਰੀਆਂ ਵਿੱਚ, ਅਮਰੀਕਾ ਵਿੱਚ ਵੀ ਤੇ ਕੈਨੇਡਾ ਵਿੱਚ ਵੀ ਵੱਡਾ ਰਿਸੈਸ਼ਨ ਆਏਗਾ ਆਟੋ ਇੰਡਸਟਰੀ ਵਿੱਚ, ਜਿਹਦੇ ਵਿੱਚ ਤਾਂ ਅਮਰੀਕਾ ਵਿੱਚ ਲਗਭਗ 1.5 ਲੱਖ ਲੋਕ ਬੇਰੁਜ਼ਗਾਰ ਹੋ ਜਾਣਗੇ। ਸੋ ਸਿਮਿਲਰਲੀ ਕੈਨੇਡਾ ਵਿੱਚ ਵੀ ਇਫੈਕਟ ਪਏਗਾ। ਸੋ ਜਦੋਂ ਨਹੀਂ, ਪਰ ਮੈਂ ਉਹੀ ਸਮਝਣ ਦੀ ਕੋਸ਼ਿਸ਼ ਕਰ ਰਿਹਾ ਕਿ ਜੇਕਰ ਇਹ ਪਤਾ ਲੱਗ ਰਿਹਾ ਕਿ ਇੰਨੀਆਂ ਜੌਬਸ ਜਿਹੜੀਆਂ ਨੇ ਉਹ ਚਲੀਆਂ ਜਾਣਗੀਆਂ ਅਮਰੀਕਾ ਦੇ ਵਿੱਚੋਂ ਵੀ, ਫਿਰ ਅਜਿਹਾ ਕੀਤਾ ਹੀ ਕਿਉਂ ਜਾ ਰਿਹਾ? ਨਹੀਂ, ਦੇਖੋ ਉਹਦੇ ਕੀ ਹੁੰਦੇ ਨੇ ਕਿ ਜਿਵੇਂ ਮੈਂ ਤੁਹਾਨੂੰ ਦੱਸਿਆ, ਹੁਣ ਅਮਰੀਕਾ ਨੇ ਵੀ ਕੋਸ਼ਿਸ਼ ਕੀਤੀ ਆ ਕਿ ਆਪਣੇ ਜਿਹੜੇ ਔਰ ਕੈਨੇਡਾ ਨੇ ਵੀ ਕੋਸ਼ਿਸ਼ ਕੀਤੀ ਹੈ ਕਿ ਆਪਣੇ ਜਿਹੜੇ ਟ੍ਰੇਡ ਦੇ ਸੈਂਟਰਸ ਨੇ ਵਧਾਏ ਜਾਣ, ਆਪਣੇ ਟ੍ਰੇਡ ਦੇ ਜਿਹੜੇ ਆਪਾਂ ਕਹਿੰਦੇ ਆ ਉਹਨਾਂ ਨੂੰ ਐਕਸਪੈਂਡ ਕੀਤਾ ਜਾਵੇ। ਹੁਣ ਕੈਨੇਡਾ ਤੇ ਅਮਰੀਕਾ ਆਪਣੀਆਂ ਮਾਰਕੀਟਸ ਖੋਲ ਰਹੇ ਨੇ, ਏਸ਼ੀਆ ਵਿੱਚ ਵੀ ਉਹ ਵੱਡੀਆਂ ਕਰ ਰਹੇ ਨੇ। ਤੁਸੀਂ ਦੇਖੋ ਕਿ ਜਦੋਂ ਟਰੰਪ ਸਾਹਿਬ ਪ੍ਰਧਾਨ ਬਣੇ ਤਾਂ ਉਹਨਾਂ ਨੇ 2 ਕੰਟਰੀਆਂ ਨਾਲ ਉਹਨਾਂ ਨੂੰ ਬਹੁਤ ਜ਼ਿਆਦਾ ਸੀਗਾ ਕਿ ਮੈਂ ਬਿਲਕੁਲ ਇਹ ਕੰਟੈਂਟ ਟੋਲਰੇਟ ਨਹੀਂ ਕਰਦਾ, ਜਿਨ੍ਹਾਂ ਵਿੱਚੋਂ ਚਾਈਨਾ ਇੱਕ ਸੀ, ਮੈਕਸੀਕੋ ਇੱਕ ਸੀ। ਲੇਕਿਨ ਅੱਜ ਉਹੀ ਰਾਸ਼ਟਰਪਤੀ ਦੋਵੇਂ ਕੰਟਰੀਆਂ ਚਾਈਨਾ ਨਾਲ ਤੇ ਮੈਕਸੀਕੋ ਨੂੰ ਐਜ਼ ਆਲਟਰਨੇਟ ਸੋਰਸਿਸ ਸੋਚ ਰਹੇ ਨੇ ਕਿ ਇਹਨਾਂ ਨਾਲ ਮੈਂ ਆਪਣਾ ਟ੍ਰੇਡ ਵਧਾਵਾਂਗਾ, ਤੇ ਜੇ ਮੇਰਾ ਕੈਨੇਡਾ ਨਾਲ ਟ੍ਰੇਡ ਅਫੈਕਟ ਹੁੰਦਾ ਤਾਂ ਮੈਂ ਐਵਨਿਊਜ਼ ਇੱਧਰ ਖੋਲਾਂਗਾ। ਸਿਮਿਲਰਲੀ ਕੈਨੇਡਾ ਨੇ ਵੀ ਕੋਸ਼ਿਸ਼ ਕੀਤੀ ਹੈ ਕਿ ਏਸ਼ੀਆ ਵਿੱਚ ਆਪਣੀ ਜਿਹੜੀ ਹੈ ਪਕੜ ਮਜ਼ਬੂਤ ਕਰੇ, ਆਪਣਾ ਟ੍ਰੇਡ ਜਿਹੜਾ ਚਾਈਨਾ ਨਾਲ ਹੈ, ਇੰਡੀਆ ਨਾਲ ਹੈ, ਹੋਰਾਂ ਕੰਟਰੀਆਂ ਨਾਲ ਹੈ, ਉਹਨੂੰ ਮਜ਼ਬੂਤ ਕਰੇ। ਸੋ ਖੜੋਤ ਨਹੀਂ ਆਏਗੀ, ਲੇਕਿਨ ਇਮੀਡੀਏਟ, ਬਿਕੋਜ਼ ਜਿਹੜਾ ਟ੍ਰੇਡ ਕਿੰਨੇ ਸਾਲਾਂ ਤੋਂ ਵਧੀਆ ਚੱਲ ਰਿਹਾ ਸੀ, ਜਿਹੜੀਆਂ ਇੰਡਸਟਰੀਆਂ ਚੱਲ ਰਹੀਆਂ ਸੀ, ਜਿਹੜੇ ਬਿਜ਼ਨਸਿਸ ਚੱਲ ਰਹੇ ਸੀ, ਉਹਨਾਂ ਨੂੰ ਇੱਕ ਵਾਰੀ ਸੈਟਬੈਕ ਲੱਗੇਗਾ। ਠੀਕ ਹੈ, ਖਹਿਰਾ ਸਾਹਿਬ, ਇਸ ਪੂਰੀ ਪ੍ਰਕਿਰਿਆ ਨੂੰ ਤੁਸੀਂ ਕਿਸ ਤਰ੍ਹਾਂ ਵੇਖਦੇ ਹੋ? ਕਿਉਂਕਿ ਆਮ ਤੌਰ ਤੇ ਇਹ ਵੀ ਕਿਹਾ ਜਾਂਦਾ ਕਿ ਅਮਰੀਕਾ ਦੇ ਜਿਹੜੇ ਵੱਡੇ ਵੱਡੇ ਉਦਯੋਗਪਤੀ ਨੇ, ਉਹਨਾਂ ਨੇ ਬੜੇ ਸਾਰੇ ਪਲਾਂਟ ਜਿਹੜੇ ਨੇ ਉਹ ਆਪਣੇ ਕੈਨੇਡਾ ਦੇ ਵਿੱਚ ਵੀ ਲਾਏ ਹੋਏ ਨੇ। ਜੇਕਰ ਅਜਿਹਾ ਡਿਊਟੀਜ਼ ਲਗਾਈਆਂ ਜਾਂਦੀਆਂ ਤਾਂ ਸਿੱਧਾ ਅਸਰ ਉਹਨਾਂ ਤੇ ਪਏਗਾ, ਔਰ ਜੇ ਨੌਕਰੀਆਂ ਜਾਂਦੀਆਂ ਨੇ ਤੇ ਜਿਨ੍ਹਾਂ ਦੇ ਵਿੱਚ ਭਾਰਤੀ ਵੀ ਬੜੇ ਨੇ ਤੇ ਪੰਜਾਬੀ ਵੀ ਬੜੇ ਨੇ। ਦੇਖੋ, ਬੇਸਿਕਲੀ ਨਾ ਜੀ, ਪ੍ਰਭਜੋਤ ਜੀ ਨੇ ਬਹੁਤ ਵਧੀਆ ਇਹਨੂੰ ਐਕਸਪਲੇਨ ਕਰਿਆ। ਜੇ ਇਹਦਾ ਵਿਸ਼ਲੇਸ਼ਣ ਸਪੈਸੀਫਿਕਲੀ ਇੰਡਸਟਰੀ ਦੇ ਨਾਲ ਸੰਬੰਧਿਤ ਰੂਪ ਦੇ ਵਿੱਚ ਦੇਖਿਆ ਜਾਵੇ ਤਾਂ ਇਫੈਕਟ ਹੈ ਜਿਹੜਾ ਉਹ ਬਾਇਲੈਟਰਲੀ ਹੋਏਗਾ। ਇਸ ਦੇ ਜਿਹੜੇ ਇਫੈਕਟ ਨੇ ਉਹ ਤੋਂ US ਵਾਲੇ ਵੀ ਵਾਂਝੇ ਨਹੀਂ ਰਹਿਣਗੇ। ਖਾਸ ਕਰਕੇ ਜੇ ਅਸੀਂ ਆਟੋ ਇੰਡਸਟਰੀ ਦੀ ਗੱਲ ਕਰਦੇ ਹਾਂ ਤਾਂ ਉਹ ਇੰਟਰਲਿੰਕਡ ਹੈਗੀ ਹੈ। ਪਰ ਜੇ ਅਸੀਂ ਸੰਪੂਰਨ ਤੌਰ ਤੇ ਦੇਖੀਏ ਤਾਂ ਕੈਨੇਡਾ ਨੇ ਕੁਝ ਚੰਗੇ ਪਹਿਲ ਕਦਮੀਆਂ US ਤੋਂ ਥੋੜ੍ਹੇ ਜਿਹੇ ਅੱਗੇ ਕਰੀਆਂ ਨੇ। ਜਦੋਂ ਅਸੀਂ ਸਾਊਥ ਈਸਟ ਏਸ਼ੀਆ ਦੀ ਗੱਲ ਕਰਦੇ ਹਾਂ, ਜਿੱਥੇ ਦੁਨੀਆ ਦੀ ਆਲਮੋਸਟ ਅਬਾਊਟ 34 ਤੋਂ ਲੈ ਕੇ 40% ਆਬਾਦੀ ਰਹਿੰਦੀ ਹੈ, ਉੱਥੇ ਇਨੀਸ਼ੀਏਸ਼ਨ ਜਿਹੜੀ ਟ੍ਰੇਡ ਫਰੀ ਐਗਰੀਮੈਂਟਸ ਦੀ ਹੈਗੀ ਸੀ, ਫਰੀ ਟ੍ਰੇਡ ਐਗਰੀਮੈਂਟਸ ਦੀ, ਚਾਹੇ ਉਹ ਚਾਈਨਾ ਚਾਹੇ ਉਹ ਇੰਡੀਆ, ਤਾਂ ਉਹਦੇ ਵਿੱਚ ਨੈਗੋਸੀਏਸ਼ਨਸ ਦੇ ਵਿੱਚ ਥੋੜ੍ਹੀ ਢਿੱਲਾਈ ਹੋਈ ਸੀ। ਮੇਰਾ ਖਿਆਲ ਹੈ ਕਿ ਇਸ ਤਰੀਕੇ ਦੇ ਜਿਹੜੇ ਇਫੈਕਟ ਨੇ ਉਹਦੇ ਨਾਲ ਥੋੜ੍ਹਾ ਜਿਹਾ ਉਹ ਪ੍ਰੋਸੈਸ ਲੁਬਰੀਕੇਟ ਹੋ ਕੇ ਕੈਨੇਡਾ ਵੀ ਤਵੱਜੋ ਆਪਣੀ ਇਹਨਾਂ ਦੋ ਸਾਊਥ ਈਸਟ ਏਸ਼ੀਆ ਵੱਲ ਦੇਗਾ। ਰਹੀ ਗੱਲ ਕੈਨੇਡਾ ਜਿਹੜੀਆਂ ਇੰਡਸਟਰੀਜ਼ ਨੇ ਉਸ ਦੇ ਉੱਪਰ ਇਫੈਕਟ ਹੋਣ ਦੀ, ਤਾਂ ਮੈਂ ਕਹੂੰਗਾ ਕਿ ਨੋ ਡਾਊਟ ਜਿਹੜਾ ਸ਼ਾਰਟ ਟਰਮ ਲਾਸਿਸ ਨੇ, ਚਾਹੇ ਉਹ ਜੌਬ ਲਾਸਿਸ ਨੇ ਜਾਂ ਇਕੋਨਮੀ ਦਾ ਗਰੋਥ ਰੇਟ ਹੈ, ਉਸ ਦੇ ਵਿੱਚ ਖੜੋਤ ਤੇ ਇਫੈਕਟ ਤਾਂ ਆਏਗਾ। ਪਰ ਲੌਂਗ ਟਰਮ ਦੇ ਵਿੱਚ ਕੈਨੇਡਾ ਦੀਆਂ ਜਿਹੜੀਆਂ ਟਾਈਜ਼ ਨੇ ਉਹ ਵਰਲਡ ਨੂੰ ਇੱਕ ਮੁੱਠੀ ਦੇ ਵਿੱਚ ਲੈ ਕੇ ਆਉਣ ਦੇ ਨਾਲ ਜਿਹੜੀ ਕਾਫੀ ਸਟਰੋਂਗ ਹੋ ਕੇ ਅੱਗੇ ਵਧੇਗਾ ਜੀ। ਇਸ ਦਾ ਫਾਇਦਾ ਤੁਹਾਨੂੰ ਕੀ ਲੱਗਦਾ ਹੈ ਕਿ ਜੇਕਰ ਇਹ ਦੋਵੇਂ ਪਾਸਿਓਂ ਅਜਿਹੀ ਕੁਝ ਗੱਲ ਹੁੰਦੀ ਹੈ, ਜੇ ਡਿਊਟੀਜ਼ ਲਗਾਈਆਂ ਜਾਂਦੀਆਂ ਨੇ, ਚਾਈਨਾ ਨੂੰ ਜ਼ਿਆਦਾ ਫਾਇਦਾ ਹੈ, ਮੈਕਸੀਕੋ ਨੂੰ ਫਾਇਦਾ ਹੈ, ਜਾਂ ਭਾਰਤ ਵੀ ਇਸ ਸੂਚੀ ਦੇ ਵਿੱਚ ਆਏਗਾ? ਮੇਰੇ ਹਿਸਾਬ ਦੇ ਨਾਲ ਨਾ ਜੀ, ਜਿਹੜਾ ਇਸ ਦੇ ਵਿੱਚ ਫਾਇਦਾ ਹੋਏਗਾ ਉਹ ਚਾਈਨਾ ਨੂੰ ਤੇ ਕਾਫੀ ਜ਼ਿਆਦਾ ਹੋਏਗਾ। ਪਰ ਕਿਉਂਕਿ ਇੰਡੀਆ ਤੇ ਚਾਈਨਾ ਇੱਕ ਇਹੋ ਜਿਹੀਆਂ ਇਕੋਨਮੀਜ਼ ਨੇ ਜਿੱਥੇ ਹਰ ਇੱਕ ਦੇਸ਼ ਇਹਨਾਂ ਦੇ ਨਾਲ ਕੰਮ ਕਰਨਾ ਚਾਹੇਗਾ। ਬਿਲਕੁਲ। ਪਰ ਓਵਰਆਲ ਇਸ ਦਾ ਜਿਹੜਾ ਲਾਸ ਹੈ ਉਹ ਸ਼ਾਰਟ ਟਰਮ ਦੇ ਵਿੱਚ ਕੈਨੇਡਾ ਤੇ US ਨੂੰ ਇਸ ਤਰੀਕੇ ਦੀ ਟ੍ਰੇਡ ਵਾਰ ਦੇ ਨਾਲ ਕਾਫੀ ਭੁਗਤਣਾ ਜਿਹੜਾ ਉਹਨਾਂ ਨੂੰ ਪੈ ਸਕਦਾ ਪਏਗਾ। ਠੀਕ ਹੈ, ਸਾਡੇ ਨਾਲ ਨਿਰਮਲ ਢੀਂਡਸਾ ਜੀ ਵੀ ਮੌਜੂਦ ਨੇ ਕੈਨੇਡਾ ਤੋਂ, ਔਰ ਪ੍ਰੋਫੈਸਰ ਇੰਦਰਜੀਤ ਸਲੂਜਾ ਵੀ ਮੌਜੂਦ ਨੇ। ਨਰਿੰਦਰ, ਮੈਂ ਤੁਹਾਡੇ ਜ਼ਰੀਏ ਇੱਕ ਸਵਾਲ ਜ਼ਰੂਰ ਪੁੱਛਣਾ ਚਾਹੁੰਦਾ, ਬਾਕੀ ਤੁਸੀਂ ਵੀ ਸਵਾਲ ਪੁੱਛ ਸਕਦੇ ਹੋ ਕਿ ਜਿਹੜੀ ਇਹ ਟ੍ਰੇਡ ਵਾਰ ਚੱਲ ਰਹੀ ਹੈ, ਸਾਰਿਆਂ ਦੀ ਨਜ਼ਰ ਹੈਗੀ ਹੈ ਕਿ ਇਸ ਟ੍ਰੇਡ ਵਾਰ ਦਾ ਨੁਕਸਾਨ ਜ਼ਿਆਦਾ ਕਿਸ ਨੂੰ ਹੋਣ ਵਾਲਾ ਹੈ, ਕੈਨੇਡਾ ਨੂੰ ਹੋਏਗਾ ਜਾਂ US ਨੂੰ ਹੋਏਗਾ, ਜਾਂ ਦੋਵਾਂ ਨੂੰ ਬਰਾਬਰ ਹੋਏਗਾ?
सवाल आप ਅਸੀਂ ਕੋਸ਼ਿਸ਼ ਕਰਦੇ ਹਾਂ ਪ੍ਰੋਫੈਸਰ ਇੰਦਰਜੀਤ ਸਲੂਜਾ ਐਡੀਟਰ ਇੰਡੀਅਨ ਪਨੋਰਮਾ ਤੋਂ ਜਾਣਨ ਦੀ। ਸਲੂਜਾ ਸਾਹਿਬ ਬਹੁਤ ਸਵਾਗਤ ਹੈ ਤੁਹਾਡਾ। ਔਰ ਇਹ ਸਵਾਲ ਜਨਤਾ ਜਾਣਨਾ ਚਾਹੁੰਦੀ ਹੈ। ਦੂਸਰਾ ਜਿਹੜੇ ਇੰਡੀਅਨਸ ਉੱਥੇ ਬੈਠੇ ਨੇ ਜਾਂ ਕੈਨੇਡਾ 'ਚ ਹੋਣ ਜਾਂ ਅਮਰੀਕਾ 'ਚ ਹੋਣ, ਉਹ ਖਾਸ ਤੌਰ 'ਤੇ ਜਾਣਨਾ ਚਾਹੁੰਦੇ ਨੇ ਕਿ ਇਹ ਇਫੈਕਟ ਅਗਰ ਆ ਰਿਹਾ ਹੈ ਦੋਵਾਂ ਕੰਟਰੀਜ਼ 'ਤੇ ਆ ਰਿਹਾ ਹੈ, ਲੇਕਿਨ ਕਿਉਂਕਿ ਇਹ ਜਿਹੜਾ ਨਾਫਟਾ ਸੀ ਇਹ ਥੋੜ੍ਹਾ ਜਿਹਾ ਟਿਲਟ ਜਿਹੜਾ ਸੀ ਉਹ ਅਮਰੀਕਾ ਵੱਲ ਸੀ ਇਸ ਦਾ, ਤਾਂ ਮੰਨਿਆ ਜਾਏ ਕਿ ਇਸ ਦਾ ਵੱਡਾ ਨੁਕਸਾਨ ਵੀ ਅਮਰੀਕਨਸ ਨੂੰ ਹੀ ਝੇਲਣਾ ਪਏਗਾ। सब तो ज़्यादा अमेरिका ਨੂੰ ਹੀ ਐਡਵਾਂਟੇਜ ਸੀਗੀ, ਲੇਕਿਨ ਪ੍ਰੈਜ਼ੀਡੈਂਟ ਟਰੰਪ ਨੇ ਮੇਕ ਅਮਰੀਕਾ ਗ੍ਰੇਟ ਦਾ ਜਿਹੜਾ ਨਾਰਾ ਦਿੱਤਾ ਉਹਦੇ ਵਿੱਚ ਉਹ ਮਹਿਸੂਸ ਇਹ ਕਰਦੇ ਹਨ ਕਿ ਅੱਜ ਤੱਕ ਅਮਰੀਕਾ ਦਾ ਖੂਨ ਜਿਹੜਾ ਹੈਗਾ ਉਹਨਾਂ ਦੇ ਸਾਥੀਆਂ ਨੇ ਚੂਸਿਆ, ਔਰ ਹੁਣ ਜ਼ਰੂਰਤ ਹੈ ਕਿ ਅਮਰੀਕਾ ਖੜਾ ਹੋ ਕੇ ਕਵੇ ਕਿ ਭਾਈ ਜਿਹੜੇ ਅਸੀਂ एग्रीमेंट्स कीते हैं, ट्रेड एग्रीमेंट्स कीते हैं, चाहे वो नाफ्टा है, चाहे वो एलाइज दे नाल यूरोपीयन नेशनस दे नाल हैं, जिथे अमेरिका नूं ये लगता है कि सानू उस दा पूरा एडवांटेज नहीं मिल रहा, जिहड़ा कि इस वेले परसैप्शन प्रेजिडेंट ट्रंप दा है। हालांकि वो परसैप्शन शायद इन्ना सही भी नहीं है, क्योंकि जिहड़े आंकड़े हैं वो कुछ ये कहते हैं कि जिवें कैनेडा के मामले विच 8 बिलियन का हाले भी फायदा जिहड़ा है वो अमेरिका के हक विच है। लेकिन अल्टीमेटली जिस वेले कोई भी ट्रेड वार शुरू होती है, उस ट्रेड वार के रिपरकशनस कुछ समय लिए नहीं सीमित होंगे, उन्हां दे लॉन्ग टर्म इफेक्ट्स भी होंगे हैं। फॉर एग्जाम्पल हुणे कहा गया कि कैनेडा जिहड़ा है वो अपना रस्ता जिहड़ा हैगा वो साउथ एशिया वाल करेगा, एशियन कंट्रीज वाल करेगा। जाहिर है इस तरीके नाल अमेरिका भी नवे एलाइज नूं पकड़ रहा है, मैक्सीको वाल जा रहा है, चाइना दे नाल इनिशियली तो नहीं सी कुछ करना चाहते, लेकिन इन्हां दी पॉलिसी दे विच पिछले दिनों कुछ चेंज आया और चाइना दे नाल ज़्यादा अपना कोऑपरेशन कर रहे हैं। लेकिन जिहड़ा तुसीं सवाल शुरू विच कीता, मैं मुड़ के उस ते आना कि इस दा नुकसान अमेरिका नूं भी है तो कैनेडा भी नूं है, लेकिन अमेरिका नूं किते ज़्यादा इस गल दा नुकसान होएगा किसी किस्म दे नाल जिहड़ा इस वेले माहौल बढ़िया होया उहदे विच कैनेडा जिहड़ा है अज अच्छी स्थिति विच है कि वो अपने लिए विश्व दे विच होर मंडियां होर बाजार तलाश करे, होर मुल्कां दे नाल अपना ट्रेड जिहड़ा है ढींडसा साहब ये तुहानूं लगदा है कि जो नाफ्टा ये खत्म हो रहा है या जो भी इस दे आस-पास माहौल बनाया जा रहा है, ये कैनेडा अमेरिका नूं ज़्यादा नुकसान कर रहा है, तो कैनेडा वास्ते बाजार विश्व के जोड़े बाजार है वो खोल रहा है उस लिहाज नाल। हालांकि नहीं चाहता कैनेडा कि ये खत्म हो, लेकिन मन्निया जाए कि फायदे वाला सौदा भी लॉन्ग टर्म में जाके, क्योंकि ये जे जो ट्रेड एग्रीमेंट खत्म होंगे तो इसका फायदा लॉन्ग टर्म में जाके ज़्यादा सोचा जाता है, उस वक्त कैनेडा वाल झुक सकती है ये चीज़, ये अज समझौते का खत्म होना। जी सिचुएशन चेंज हुई है वो इस करके चेंज हुई है कि ट्रंप ने जी ड्यूटी लाई आ, टैरिफ लाया स्टील के उत्ते 25%, अलूमीनियम के उत्ते 10%, एंड इत्थों ही काम सारा फिर टिट फॉर टैट कनेडा वालियां ने भी $16.5 बिलियन की ड्यूटी इन्होंने भी लाती। उस तो बाद फिर G7 की जी मीटिंग हुई है इत्थे क्यूबक दे विच कनेडा दे विच, उहदे च जिहड़ी कॉन्फ्रंटेशन आपस विच ही हुई वो एक्चुअली G7 की मीटिंग की बजाय G6+1 मीटिंग होके निकली, क्योंकि ट्रंप एक पासे सी ते G6 एक पासे सी। जिहड़े G6 वाले सी वो ये फील करते हैं कि ट्रंप की अनफेयरली ही इज ट्रीटिंग जिहड़ा अमेरिका फर्स्ट की पॉलिसी आ, प्रोटैक्शनिज्म की पॉलिसी आ, ये ऑल ऑफ ए सडन इन्हें सारिਆਂ ਨੂੰ नुकसान पहुँचाना शुरू कर दिता, और यदा नुकसान किथे जिथे अमरीका नूं होना उत्थे बाकी कंट्रियां नूं भी होना। मैं तुहानूं एक एग्जाम्पल देना, जिद्दां हुण जे टैरिफ कह रहे आ, हुण पिछली दफ़ा इन्होंने लंबर के उत्ते लाई सी, हुण इन्हां स्टील के उत्ते लाती 25%, फिर अलूमीनियम के उत्ते 10% लाती। वो लाउण दे नाल कीमतां दे विच काफ़ी वाधा होना, जब वाधा होना तो कंज्यूमरस हैव टू पे हाई प्राइस। हुण नवीं गल जिहड़ी ट्रंप ने थ्रैट किया कि वो जी ऑटो इंडस्ट्री ते डेयरी नूं भी इहदे विच ले आउणगे। हुण मैं तुहानूं इहदा दिना कि जिहड़ी इस वेले ऑटो इंडस्ट्री दा कनेडा दे विच 1,30,000 इंपलॉय काम कर रहा,
ਔਰ ਕੈਨੇਡਾ ਤੇ ਅਮਰੀਕਾ ਦਾ ਜਿਹੜਾ ਟ੍ਰੇਡ ਆ $140 ਬਿਲੀਅਨ ਦਾ ਐਨੂਅਲੀ ਆ ਐਂਡ ਹਰ 6ਵਾਂ ਬੰਦਾ ਰਿਲੇਟਡ ਆ ਟੂ ਦੀ ਆਟੋ ਇੰਡਸਟਰੀ। ਇਹਦਾ ਇੰਨਾ ਹੀ ਨੁਕਸਾਨ ਅਮਰੀਕਾ ਨੂੰ ਵੀ ਹੋਣਾ। ਅਮਰੀਕਾ ਦੀਆਂ 2/3 ਸਟੇਟਸ ਜਿਹੜੀਆਂ ਉਹ ਕੈਨੇਡਾ ਦੇ ਨਾਲ ਲੱਗਦੀਆਂ ਔਰ ਉਹਨਾਂ ਦਾ ਡੀਪਲੀ ਕੈਨੇਡਾ ਦੇ ਨਾਲ ਟ੍ਰੇਡ ਰਿਲੇਸ਼ਨ ਆ, ਉਹ ਅਫੋਰਡ ਨਹੀਂ ਕਰ ਸਕਦੇ। ਇੰਟਰ ਰਿਲੇਟਡ ਦੇਖੋ ਸਾਡਾ ਜਿਹੜਾ ਕੈਨੇਡਾ ਤੇ ਅਮਰੀਕਾ ਦਾ ਬਾਰਡਰ ਬਹੁਤ ਕਲੋਜ਼ ਆ। ਮੇਰਾ ਸਭ ਦੁਨੀਆ ਸਭ ਤੋਂ ਵੱਧ ਜਿਹੜੀ ਕਲੋਜ਼ਨੈਸ ਅਮਰੀਕਾ ਤੇ ਕੈਨੇਡਾ ਦੇ ਲੋਕਾਂ ਦੀ, ਬਿਜ਼ਨਸ ਦੀ, ਕਿਉਂਕਿ ਅਸੀਂ सोशली, पॉलिटिकली एंड इकोनॉमिकली। बिल्कुल, मैं इस पे वापस आऊंगा टिंडा साहब, मैं इस पे वापस आऊंगा और इस चीज़ ਨੂੰ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਸਿਰਫ ਵਪਾਰ ਦੇ ਤਰੀਕੇ ਦੇ ਨਾਲ ਹੀ ਨਹੀਂ, ਬਾਕੀ ਸੋਸ਼ਲੀ ਔਰ ਜਿਹੜਾ ਤੁਸੀਂ ਕਿਹਾ ਕਿ ਜਿਹੜਾ ਜੁੜਾਵ ਹੈ ਉਸ ਵਿੱਚ ਵੀ ਕੀ ਕਿਸੇ ਤਰੀਕੇ ਦਾ ਕੋਈ ਫਰਕ ਪਾਏਗਾ। ਔਰ ਦੂਸਰਾ ਇਹ ਕਿ ਇਸ ਸਭ ਦੇ ਵਿੱਚ ਇੰਡੀਅਨ ਪ੍ਰੋਸਪੈਕਟਸ ਕੀ ਹੈ, ਇੰਡੀਆ ਕੀ ਇੱਕ ਵੱਡੀ ਮਾਰਕੀਟ ਬਣ ਕੇ ਉੱਭਰ ਸਕਦਾ ਹੈ, ਖਾਸ ਕਰ ਕੈਨੇਡਾ ਵਾਸਤੇ। ਕਈ ਕਰਾਰ ਜਿਹੜੇ ਨੇ ਉਹ ਪੈਂਡਿੰਗ ਪਏ ਨੇ, ਉਹ ਹੁਣ ਜਿਹੜੇ ਨੇ ਉਹ ਸਿਰੇ ਚੜ੍ਹ ਸਕਦੇ ਨੇ। ਇਸ ਸਭ ਤੇ ਚਰਚਾ ਕਰਾਂਗੇ। ਤੁਹਾਨੂੰ ਵਾਪਸ ਅਸੀਂ ਮੋਹਾਲੀ ਸਟੂਡੀਓ ਲੈ ਚੱਲਾਂਗੇ। ਹਰਪ੍ਰੀਤ ਵੀ ਮੇਰੇ ਨਾਲ ਨੇ, ਬਾਕੀ ਗੈਸਟ ਵੀ ਸਾਡੇ ਨਾਲ ਬਣੇ ਹੋਏ ਨੇ। ਇੱਕ ਛੋਟੇ ਜਿਹੇ ਬ੍ਰੇਕ ਵਾਸਤੇ ਰੁਕਣਾ ਹੈ, ਬ੍ਰੇਕ ਤੋਂ ਬਾਅਦ ਵਾਪਸ ਆਵਾਂਗੇ ਤਾਂ ਵਾਪਸ ਚੱਲਾਂਗੇ ਮੋਹਾਲੀ ਸਟੂਡੀਓ। ब्रेक तो बाद दर्शकों का एक बार फिर तो स्वागत है। साडी विचार चर्चा जारी है, नाफ्टा दे उत्ते भी विचार चर्चा जारी है। और इस तो इलावा जेकर ये दोवें ड्यूटीज़ लग जांदियां ने, दोवें मुल्कां वालों ड्यूटीज़ लगा दित्तियां जांदियां ने, तो इन्हां दा नुकसान तो ये पता लग गया कि दोवां नूं होएगा, अमेरिका नूं भी होएगा, कैनेडा नूं भी होएगा। पर सवाल ये खड़ा हुंदा है फिर इस चीज़ का फायदा किनूं होवेगा, व्यापार दे राह कि बाकी मुल्कां वाल भी खुलणगे। साडा खास मेहमान जुड़े हुए हैं प्रोफैसर इंद्रजीत सलूजा साहब। जेकर मेरी आवाज़ तुहाडे तक पहुंच रही, मैं एक सवाल तुहाडे तो जरूर जानना चाहना। ਅਸੀਂ ਇਹ ਮੰਨ ਕੇ ਚੱਲ ਰਹੇ ਹਾਂ ਕਿ ਜੇਕਰ ਅਜਿਹੀਆਂ ਡਿਊਟੀਆਂ ਲਾਈਆਂ ਜਾਂਦੀਆਂ ਨੇ ਔਰ ਡਿਊਟੀਆਂ ਵੀ ਭਾਰੀ ਭਰਕਮ ਨੇ, ਜੇ ਲਾਈਆਂ ਜਾਂਦੀਆਂ ਨੇ ਤਾਂ ਦੋਵਾਂ ਮੁਲਕਾਂ ਨੂੰ ਨੁਕਸਾਨ ਤਾਂ ਹੈ, ਪਰ ਕੀ ਇਸ ਦਾ ਫਾਇਦਾ ਏਸ਼ੀਆਈ ਮੁਲਕਾਂ ਨੂੰ ਹੈ? ਚਾਈਨਾ ਤੇ ਮੈਕਸੀਕੋ ਨੂੰ ਤਾਂ ਕਹਿ ਦਿੱਤਾ ਗਿਆ ਕਿ ਭਾਰਤ ਇਸ ਸੰਦਰਭ ਦੇ ਵਿੱਚ ਕਿਤੇ ਖੜਾ ਨਜ਼ਰ ਆਉਂਦਾ ਹੈ ਕਿ ਭਾਰਤ ਨੂੰ ਵੀ ਕੋਈ ਫਾਇਦਾ ਹੋ ਸਕਦਾ। ਬੜੇ ਚਿਰਾਂ ਤੋਂ ਇਹ ਗੱਲ ਚੱਲ ਰਹੀ ਕਿ ਕੈਨੇਡਾ ਔਰ ਭਾਰਤ ਦੇ ਵਿਚਕਾਰ ਜਿਹੜੇ ਦੁਵੱਲੇ ਸੰਬੰਧ ਹੋਣੇ ਚਾਹੀਦੇ, ਬਿਜ਼ਨਸ ਵਧਣਾ ਚਾਹੀਦਾ। ਅਜੇ ਹੋਇਆ ਤਾਂ ਨਹੀਂ, ਇਹ ਹੋ ਸਕਦਾ ਹੁਣ? ਤੁਹਾਡਾ ਸਵਾਲ ਇੰਨਾ ਸਰਲ ਨਹੀਂ ਹੈ ਜਿਹਦਾ ਜਵਾਬ ਮੈਂ ਕਹਾਂ ਇੰਨਾ ਸਰਲ ਨਹੀਂ ਹੈ, ਕਿਉਂਕਿ ਇਹਦੇ ਇੱਕ ਰਾਜਨੀਤਿਕ ਪਹਿਲੂ ਜਿਹੜਾ ਹੈਗਾ ਭਾਰਤ ਔਰ ਕੈਨੇਡਾ ਦੇ ਵਿਚਕਾਰ ਸੰਬੰਧਾਂ ਦਾ, ਉਹ ਬਹੁਤ ਹੀ ਇੰਪੋਰਟੈਂਟ ਹੈ। ਤੁਹਾਨੂੰ ਯਾਦ ਹੋਏਗਾ ਸਾਰੇ ਅੱਛੀ ਤਰ੍ਹਾਂ ਕਿ ਪਿੱਛੇ ਭਾਰਤ ਔਰ ਕੈਨੇਡਾ ਦੇ ਵਿਚਕਾਰ ਥੋੜੀ ਖਟਾਸ ਆਈ ਸੀਗੀ ਖਾਲਿਸਤਾਨੀ ਮਸਲੇ ਨੂੰ ਲੈ ਕੇ, ਔਰ ਉਸ ਦੌਰਾਨ ਕਾਫੀ ਕੁਝ ਬਿਆਨਬਾਜ਼ੀ ਵੀ ਹੋਈ। मोदी साहब ने कोई नाराज़गी भी प्रगट की और खालिस्तानिया ने जिस वेले गल की कि बई इत्थे असी भारत के जड़े अधिकारी हैगे कौंसलेट्स दे विच या एम्बेसी दे उन्हां दा असी बाइकआउट करांगे, इस गल नूं लैके काफ़ी कुछ खिच्चातानी हुई सीगी। और उहदा किते ना किते असर जिहड़ा हैगा भारत और कैनेडा दे संबंधां ते जरूर पिया, लेकिन कहंदे कि कदी भी कोई हालात स्थिर नहीं हुंदे। राजनीति दे विच हालात बदलते रहते हैं, समीकरण बदलते रहते हैं। जिवें कि हुण असीं देख रहे हैं कि अज अमेरिका कित्थे जिथे 10 साल पहला खड़ा सीगा या ओबामा साहब दे वेले खड़ा सीगा, अज उत्थे नहीं खड़ा है। इत्थे समीकरण, राजनीतिक समीकरण पूरे ही बदल रहे हैं। कित्थे नॉर्थ कोरिया जिहड़ा सीगा उसनूं असीं किते देख के भी राजी नहीं सीगे, अमेरिका की गल कर रहा मैं, और उत्थे अज अमेरिका ने जिहड़ा है गलवकड़ी पाई हुई है नॉर्थ कोरिया के किम नूं। सो ये जिहड़े राजनीति विच समीकरण बदलते रहते हैं, हो सकता है कि आने वाले समय दे विच दोहां दी, भारत की जरूरत, कैनेडा की मजबूरी, हो सकता है इन्हां दोहां नूं इकट्ठे लाए और दोहां दे विच व्यापार दे संबंध। सलूजा साहब इस विच एक सवाल ये भी है ਜਿਹੜੀ ਤੁਸੀਂ ਗੱਲ ਕਹੀ सलूजा साहब ਇਸ ਵਿੱਚ ਇੱਕ ਸਵਾਲ ਇਹ ਵੀ ਮੈਂ ਜੋੜਨਾ ਚਾਹੂੰਗਾ, ਜਿਹੜਾ ਹੁਣ ਤੁਸੀਂ ਕਿਹਾ ਕਿ ਕਿਮ ਨੂੰ ਗਲਵਕੜੀ ਤੇ ਕੈਨੇਡਾ ਨਾਲ ਦੂਰੀ, ਜਿਹੜੇ ਪੁਰਾਣੇ ਸਹਿਯੋਗੀ ਹੈ ਉਹਨਾਂ ਨਾਲ ਦੂਰੀ ਔਰ ਜਿਹੜੇ ਬਹੁਤ ਦੂਰ ਸੀ, ਸੋਚ ਵਿੱਚ ਵੀ ਦੂਰ ਸੀ, ਉਹਨਾਂ ਨਾਲ ਗਲਵਕੜੀ, ਇਵਨ ਯੂਰੋਪੀਅਨ ਨੇਸ਼ਨਸ ਨਾਲ ਦੂਰੀ ਹੈ। ਹਾਂ, ਯੂਰੋਪੀਅਨ ਨੇਸ਼ਨਸ ਨਾਲ ਦੂਰੀ। ਕੀ ਇਹਨਾਂ ਚੀਜ਼ਾਂ ਦਾ ਕੀ ਇਹ ਸਿਰਫ ਥਿੰਕਿੰਗ ਬਦਲੀ ਹੈ, ਕੋਈ ਪਾਲਿਸੀ ਮੈਟਰਸ ਬਦਲੇ ਨੇ, ਕਿਸ ਤਰੀਕੇ ਕਿਸ ਰਾਹ ਵਾਲੇ ਅਮਰੀਕਾ ਚੱਲ ਪਿਆ, ਇਸ ਬਾਰੇ ਵੀ ਜ਼ਰਾ ਦਰਸ਼ਕਾਂ ਨੂੰ ਐਕਸਪਲੇਨ ਕਰੋ। क्योंकि सारा कुछ इस वेले फ्लूइड जिहा है। एक पासे असी ट्रंप अकेला जिहड़ा प्रेजिडेंट ऑफ अमेरिका की पावर्स तो बहुत होंदियां, लेकिन इन्नियां भी नहीं कि वो डिक्टेटर बन जाए। लेकिन इस वेले जो हालात हैं उन्हां दे मुताबिक ऐसा ही लग रहा कि
ट्रंप साहब जो चाहते हैं वो ही होंदा है। और आने वाले वक्त दे विच हो सकता है कि इत्थे इस ट्रंप साहब दे इस तौर तरीके के खिलाफ एक बगावत हो जाए, लेकिन इस दे लई सानू इंतज़ार करना पेगा नवंबर दे इलैक्शनस तक। उस दे बाद स्थिति जड़ी हैगी कोई साढ़े सामने उभर के आ सकती है। तुहाडे एक मैं जोड़ना चाहांगा इत्थे एक मेरा ख्याल है कि शायद गल रह गई या तुसी जे बाद विच करना चाहते हो, यू आर मोस्ट वेलकम, कि इहदा साडे भाईचारे उत्ते बड़ा गलत असर होना जो इस वेले कैनेडा और अमेरिका दे खिच्चोतान हुई है जी। खास तौर पे साडे जिहड़े कृषि क्षेत्र दे विच हन, एग्रीकल्चर दे विच साडे पंजाबी भाईचारा है, ट्रांसपोर्टेशन साडे पंजाबी भाईचारे दे पास, जिस वेले व्यापार दे कमी आएगी ट्रांसपोर्टेशन दे विच भी कमी आएगी। और इस तरीके नाल जड़ियां ड्यूटीज लगाई जा रही बाकी एग्रीकल्चरल जड़ा फिनिश प्रोडक्ट ते कैनेडा वालों अगेंस्ट अमेरिका, उसका सीधा असर इत्थे किरसानी करते हुए साडे पंजाबी भाईचारे ते भी पेगा। सो ये सारियां गल्लां है किरसानी और ऑटोमोबाइल सेक्टर जिस विच पंजाबी सब तो ज़्यादा जिसनों कही कि कामकाज करते हैं, कैनेडा विच भी इन्ना ही इफैक्ट इस ते पएगा, इन्ना ही असर पएगा जिहड़ा कि अमेरिका विच जिवें दस रहे हैं प्रोफैसर सलूजा। देखो पहली गल तो यह है कि जिहड़ा जो कुछ ट्रंप कह रहा प्रोटैक्शनिस्ट जिहड़े स्लोगन दे रहा ये किन्ने कित्थे तक जा सकते हैं। एक गल ना असीं भुल्लीए कि जिहड़ा सैनेट आ, जिहड़ी कांग्रेस आ, जिहड़े गवर्नर्स आ, जिहड़ी इंडस्ट्री आ, जिहड़े CEOs आ, उन्हां दा अपना प्रभाव आ और उन्होंने मेरा ख्याल है नैक्सट वीक तो उन्होंने भी दे गोना स्टार्ट टू मूव। जे आपां ये समझ लीए कि सारी अमेरिकन एडमिनिस्ट्रेशन प्रोटैक्शन वाल नूं चले गई, ये कोई सच्चाई नहीं है। हाँ ट्रंप जरूर कोशिश कर रहा क्योंकि ट्रंप जिहड़ा डिसकंटेंटमेंट आ पॉपुलर स्लोगन दे के वो जितया एंड उस एड्रैस करना चाहता। दूसरा जी प्रोफैसर साहब गल कह रहे हैं बिल्कुल करैक्ट है कि जी मिड टर्म इलैक्शन होनिया 6 नवंबर नूं उहदे बारे भी ट्रंप कहंदा भी जिद्दां मैं इलैक्शन जितया सी पॉपुलर स्लोगन दे के इदां ही मैं जितयूं। हुण रहा गल कि इहदा किन्ना क इफैक्ट हो सकदा। देखो जिन्ना कनेडा वालियां नूं फर्क पैना उन्ना ही अमरीका वालियां नूं फर्क पैना क्योंकि दे आर इन्हां दी दोनों दी इकोनॉमी आर वेरी इंटरलेटेड। हुण जिहड़ा देखो इत्थे जिहड़े हुण ऑटो पार्ट्स बनदे आ 18 बिलियन डॉलर दे ऑटो पार्ट्स बनदे आ जिहड़े शिफ्ट होके अमरीका नूं जांदे आ। आई गिव यू एन एग्जाम्पल, फॉर एग्जाम्पल जिहड़ा एक पिस्टन बनाउणा कनेडा दे विच ओह बनाया जांदा ਉਹ शिफ्ट हो जाता अमरीका दे विच, उत्थे इंजन दे विच फिट करके वो इंजन मुड़ के वापस इत्थे ओकविल फोर्ड प्लांट दे विच वापस आउंदा, इत्थे फिर कार असैंबली करके वो कार वापस अमरीका विच जांदी है। जो फोर्ड गल्लां कर रहा मैनूं लगदा वो हवा च ही गल्लां कर रहा, इट्स नॉट दैट ईजी। खास तौर ते जिहड़ा ਅਸੀਂ ਵਾਪਸ ਹਰਪ੍ਰੀਤ ਕੋਲ ਚੱਲਦੇ ਹਾਂ। ਹਰਪ੍ਰੀਤ ਜਿਹੜਾ ਆਪਾਂ ਜਦੋਂ ਤੁਸੀਂ ਇਹ ਚਰਚਾ ਸ਼ੁਰੂ ਕੀਤੀ ਸੀ ਤਾਂ ਤੁਸੀਂ ਇੱਕ ਇਸ ਵਿੱਚ ਇਹ ਵੀ ਗੱਲ ਕਹੀ ਸੀ ਕਿ ਇਸ ਵਿੱਚ ਇਮੀਗ੍ਰੇਸ਼ਨ ਸੋਸ਼ਲ ਲਾਈਫ ਜਿਹੜੇ ਉੱਥੋਂ ਦੇ ਲੋਕਾਂ ਦੀ ਚੱਲ ਰਹੀ ਹੈ ਕਿ ਜੇਕਰ ਅਮਰੀਕਾ ਤੇ ਕੈਨੇਡਾ ਦੇ ਵਿੱਚ ਅਜਿਹਾ ਕੁਝ ਹੁੰਦਾ ਤਾਂ ਉੱਥੇ ਜਿਹੜੇ ਲੋਕ ਨੇ ਉਹਨਾਂ ਦਾ ਨੁਕਸਾਨ ਤਾਂ ਹੋਏਗਾ ਹੀ ਹੋਏਗਾ। ਮੈਂ ਇਹ ਸਮਝਣਾ ਚਾਹੁੰਦਾ ਕਿ ਇਮੀਗ੍ਰੇਸ਼ਨ ਤੇ ਵੀ ਇਹਦਾ ਕੋਈ ਫਰਕ ਪਵੇਗਾ ਕਿਉਂਕਿ ਤੁਸੀਂ ਜਦੋਂ ਇਹ ਗੱਲ ਕਰਦੇ ਹੋ ਕਿ ਪੰਜਾਬ ਦੇ ਲੋਕਾਂ ਨੇ ਪੰਜਾਬ ਦੇ ਨੌਜਵਾਨ ਨੇ ਇੱਥੋਂ ਜਾਣਾ ਤਾਂ ਵਸੀਲੇ ਬੜੇ ਦੱਸੇ ਜਾਂਦੇ ਨੇ ਕਿ ਇੰਡਸਟਰੀ ਦੇ ਵਿੱਚ ਬੜੇ ਵਸੀਲੇ ਨੇ ਕੰਮ ਕਰਨ ਦੇ, ਖੇਤੀ ਸੈਕਟਰ ਦੇ ਵਿੱਚ ਬੜੇ ਵਸੀਲੇ ਨੇ ਕੰਮ ਕਰਨ ਦੇ। ਜਦੋਂ ਉਹ ਵਸੀਲੇ ਸਾਰੇ ਬੰਦ ਹੋ ਗਏ ਤਾਂ ਇਹਦਾ ਅਸਰ ਇਮੀਗ੍ਰੇਸ਼ਨ ਤੇ ਵੀ ਪਊਗਾ। देखो हरप्रीत जी मेरा ये मनना है जिस तरीके नाल ढींडसा साहब ने गल करी है इफैक्ट तो यदा जिहड़ा है कि वो दोवां मुल्कां दे उपर ही होएगा, पर इस दे नाल मैं इस गल दे उपर भी काफ़ी कॉन्फिडेंट हाँ कि जिहड़े कैनेडा दे ऑपरेशनस ने या कैनेडा दे ट्रेड टाइज ने वो होरां मुल्कां दे नाल भी बहुत वधे ने। इहदा मैं एग्जाम्पल देना चाहूँगा यूरोपीयन यूनियन दे नाल जिहड़ा फ्री ट्रेड एग्रीमेंट 2014 दे विच कैनेडा ने इंक डाउन करिया है, उस दे नाल कैनेडा दे कोले ऑलमोस्ट अबाउट 10% की जिहड़ी वर्ल्ड पॉपूलेशन है उहदी मंडी है जिहड़ी वो सामने आई है तो वो जिहड़ी मंडी है एक अमीर देशों की मंडी गिनी जाती है। सो इस दे नाल जिहड़ी अनएम्प्लॉयमेंट है जिस दे विच आएगा तो ओवरऑल मैं कहूँगा कि कोई इन्ना सीरीयस इफैक्ट है जिस तरीके नाल इहनूं
ਪ੍ਰੈਜ਼ੈਂਟ ਕਰਿਆ ਜਾ ਰਿਹਾ ਉਹ ਨਹੀਂ ਆਪਾਂ ਨੂੰ ਦੇਖਣ ਨੂੰ ਮਿਲੇਗਾ। ਜਦੋਂ ਅਸੀਂ ਗੱਲ ਇਮੀਗ੍ਰੇਸ਼ਨ ਦੀ ਕਰਦੇ ਹਾਂ ਤਾਂ ਬਾਇਲੈਟਰਲ ਟ੍ਰੇਡ ਦੇ ਨਾਲ ਜਿਹੜੀ ਇੰਟਰਲਿੰਕਡ ਚੀਜ਼ ਹੈਗੀ ਉਹ ਇਨਵੈਸਟਮੈਂਟ ਵੀ ਹੈ। ਤਾਂ ਜਦੋਂ ਅਸੀਂ ਇਨਵੈਸਟਮੈਂਟ ਦੇਖਦੇ ਹਾਂ ਤਾਂ ਇਨਵੈਸਟਮੈਂਟ ਨੋ ਡਾਊਟ US ਦੀ ਇਨਵੈਸਟਮੈਂਟ ਕੈਨੇਡਾ ਦੇ ਵਿੱਚ ਜਿਹੜੀ ਹੈ ਉਹ ਫਾਰ ਬਿਯੋਂਡ ਹੈ ਜੇ ਕੈਨੇਡੀਅਨ ਇਨਵੈਸਟਮੈਂਟ US ਦੇ ਵਿੱਚ ਹੈ। ਸੋ ਇਸ ਦੇ ਵਿੱਚ ਥੋੜੀ ਸੀ ਖਟਾਸ ਹੈ ਜਿਹੜੀ ਉਹ ਆਉਣ ਦੇ ਚਾਂਸਸ ਨੇ, ਐਂਡ ਜੇ ਉਹ ਆਏਗੀ ਤਾਂ ਇਮੀਗ੍ਰੇਸ਼ਨ ਦੇ ਵਿੱਚ ਇਫੈਕਟ ਹੈ ਜਿਹੜਾ ਉਹ ਥੋੜਾ ਬਹੁਤ ਜ਼ਰੂਰ ਦੇਖਣ ਨੂੰ ਮਿਲੇਗਾ। ਪਰ ਜਦੋਂ ਅਸੀਂ ਅਨਐਮਪਲੋਇਮੈਂਟ ਰੇਸ਼ੋ ਦੀ ਗੱਲ ਕਰਦੇ ਹਾਂ ਤਾਂ ਸਪੈਸੀਫਿਕਲੀ ਮੈਂ ਇਸ ਕੁਆਟਰ ਦੀ ਗੱਲ ਕਰਦਾ ਤਾਂ ਜਿਹੜੀ ਗਰੋਥ ਰੇਟ ਹੈ ਉਹ ਕੈਨੇਡਾ ਦੀ ਆਲਮੋਸਟ ਅਬਾਊਟ 1.7% ਰਹੀ ਹੈ, ਜਿਹੜੀ ਕਿ ਫੇਅਰਲੀ ਰਿਸਪੈਕਟਫੁਲ ਹੈ ਜੇ ਆਪਾਂ ਦੇਖਦੇ ਹਾਂ। ਸੋ ਜੇ ਲੌਂਗ ਟਰਮ 'ਚ ਜਾਵਾਂਗੇ ਤਾਂ ਇਹਨੂੰ ਬੈਲੈਂਸ ਆਊਟ ਕਰਿਆ ਜਾਊਗਾ, ਪਰ ਸ਼ਾਰਟ ਟਰਮ ਦੇ ਵਿੱਚ ਇਮੀਗ੍ਰੇਸ਼ਨ ਇਫੈਕਟ ਹੈ ਜਿਹੜਾ। ਸਲੂਚਾ ਸਾਹਿਬ ਇੱਕ ਸਵਾਲ ਮੇਰੇ ਜ਼ਿਹਨ ਦੇ ਵਿੱਚ ਆਇਆ ਹੁਣੇ ਕਿਉਂਕਿ ਜਦੋਂ ਵੀ ਕੋਈ ਫੈਸਲਾ ਲਿਆ ਜਾਂਦਾ ਤਾਂ ਉਹਦਾ ਰਿਐਕਸ਼ਨ ਲੋਕਾਂ ਤੇ ਕਿਵੇਂ ਦਾ ਹੁੰਦਾ ਇਹ ਜਾਣਨਾ ਬੜਾ ਜ਼ਰੂਰੀ ਹੁੰਦਾ। ਜਿਹੜਾ ਇਹ ਫੈਸਲਾ ਲਿਆ ਗਿਆ ਵਧਾਉਣ ਦਾ, ਇਹਦਾ ਰਿਐਕਸ਼ਨ ਆਮ ਲੋਕਾਂ ਦਾ ਕਿਵੇਂ ਦਾ ਰਿਐਕਸ਼ਨ ਮਿਲ ਰਿਹਾ? ਉਦਯੋਗਪਤੀਆਂ ਦਾ ਤਾਂ ਚਲੋ ਰਿਐਕਸ਼ਨ ਸਮਝ ਆਂਦਾ ਕਿ ਉਹਨਾਂ ਦਾ ਰਿਐਕਸ਼ਨ ਉਲਟ ਹੋਏਗਾ, ਪਰ ਕੀ ਆਮ ਲੋਕ ਇਸ ਫੈਸਲੇ ਦੇ ਨਾਲ ਸਹਿਮਤ ਨੇ ਔਰ ਖੜਦੇ ਨੇ? ਮੈਂ ਤੁਹਾਨੂੰ ਇੱਕ ਗੱਲ ਬਿਲਕੁਲ ਸਪਸ਼ਟ ਕਰ ਦੇਣਾ ਚਾਹਾਂਗਾ ਕਿ ਅਮਰੀਕਾ ਦੇ ਵਿੱਚ ਆਮ ਲੋਕ ਜਿਹੜੇ ਹੈਗੇ ਉਹਨਾਂ ਦੀ ਰਾਏ ਛੇਤੀ ਪਤਾ ਲੱਗਦੀ ਨਹੀਂ, ਕਿਉਂਕਿ ਉਹ ਆਪਣੇ ਕੰਮਾਂ ਦੇ ਵਿੱਚ ਇੰਨਾ ਰੁੱਝੇ ਹੋਏ ਹਨ ਕਿ ਇਹੋ ਜਿਹੀ ਜਿਹੜੀ ਪਾਲਿਸੀਜ਼ ਜਿਹੜੀਆਂ ਹੈਗੀਆਂ ਜਿਨ੍ਹਾਂ ਦਾ ਉਹਨਾਂ ਦੇ ਜੀਵਨ ਉੱਤੇ ਇਮੀਡੀਏਟ ਇਫੈਕਟ ਨਹੀਂ ਪੈਂਦਾ ਉਹਨਾਂ ਦੇ ਬਾਰੇ ਉਹ ਨਹੀਂ ਸੋਚਦੇ। ਇਹੋ ਕੋਈ ਮੈਡੀਕੇਅਰ ਦੀ ਗੱਲ ਹੋਵੇ, ਹੋਰ ਇਸ ਤਰੀਕੇ ਦਾ ਕੋਈ ਕਾਨੂੰਨ ਹੋਵੇ ਜਿਹਦੇ ਨਾਲ ਕਿ ਉਹਨਾਂ ਦੇ ਰੋਜ਼ਾਨਾ ਦੀ ਜ਼ਿੰਦਗੀ ਉੱਤੇ ਅਸਰ ਹੋਵੇ ਤੇ ਉਹ ਉਸ ਦੇ ਉੱਪਰ ਜ਼ਰੂਰ ਆਪਣਾ ਰਿਐਕਸ਼ਨ ਦਿੰਦੇ ਹਨ। ਲੇਕਿਨ ਆਮ ਤੌਰ ਤੇ ਜਿਹੜੀ ਆਮ ਜਨਤਾ ਹੈਗੀ ਉਹ ਇਸ ਬਾਰੇ ਕੁਝ ਨਹੀਂ ਕਹਿੰਦੀ। ਸਿਰਫ ਤੁਹਾਨੂੰ ਕੁਝ ਅਖਬਾਰਾਂ ਰਾਹੀਂ ਪਤਾ ਲੱਗਦਾ ਹੈ ਲੋਕਾਂ ਦੇ ਰਿਐਕਸ਼ਨਸ ਦਾ, ਔਰ ਉਹ ਵੀ ਉਹ ਲੋਕ ਹਨ ਜਿਹੜੇ ਜਾਂ ਤਾਂ ਕਾਨੂੰਨ ਬਣਾਉਂਦੇ ਹਨ ਜਾਂ ਕਾਨੂੰਨ ਦੇ ਵਿਸ਼ੇਸ਼ੱਗ ਹੈਗੇ ਜਾਂ ਜਿਹੜੇ ਵਪਾਰੀ ਹੈਗੇ ਜਾਂ ਵਪਾਰ ਨਾਲ ਜੁੜੇ ਹੋਏ ਲੋਕ ਹੈਗੇ। ਬਾਕੀ ਆਮ ਲੋਕ ਜੇ ਸੜਕਾਂ ਤੇ ਜਿਹੜੇ ਚੱਲਦੇ ਲੋਕ ਹੈਗੇ ਉਹਨਾਂ ਦੀ ਗੱਲ ਕਰੋ ਤੇ ਉਹਨਾਂ ਵੱਲੋਂ ਇਸ ਬਾਰੇ ਕੋਈ ਟਿੱਪਣੀ ਲੰਬੀ ਚੌੜੀ ਸੁਣਨ ਨੂੰ ਨਹੀਂ ਮਿਲਦੀ। जी बिल्कुल। और ਢੀਂਡਸਾ ਸਾਹਿਬ ਇੱਕ ਸਵਾਲ, ਕਿਉਂਕਿ ਇੱਕ ਇਕਨੋਮੀ ਦਾ ਸਿੱਧਾ ਜਿਹਾ ਇੱਕ ਫੰਡਾ ਇੱਕ ਫਾਰਮੂਲਾ ਇਹ ਹੁੰਦਾ ਹੈ ਕਿ ਅਗਰ ਬਾਜ਼ਾਰ ਖੁੱਲ੍ਹਦਾ ਹੈ, ਮਾਰਕੀਟ ਵੱਡੀ ਹੁੰਦੀ ਹੈ ਤਾਂ ਉੱਥੇ ਬਾਇਰ ਨੂੰ, ਕੰਜ਼ਿਊਮਰ ਨੂੰ ਬੜਾ ਵੱਡਾ ਫਾਇਦਾ ਹੁੰਦਾ ਹੈ। ਇੱਥੇ ਵੀ ਇਹ ਸਿਧਾਂਤ ਇੰਨਾ ਕੀ ਸਿੰਪਲ ਹੈ? ਮਤਲਬ ਬਾਇਰਸ ਅਗਰ ਕੋਈ ਵੀ ਚੀਜ਼ ਖਰੀਦਣ ਵਾਸਤੇ ਦੋਵਾਂ ਦੇਸ਼ਾਂ ਵਿੱਚੋਂ ਕੋਈ ਵੀ ਓਪਨ ਮਾਰਕੀਟ ਵਿੱਚ, ਵਰਲਡ ਦੀ ਮਾਰਕੀਟ ਜੋ ਓਪਨ ਹੋ ਜਾਏਗੀ ਉੱਥੇ ਜਾਏਗਾ ਤਾਂ ਇਹ ਜਿਹੜਾ ਇੰਪਲੋਇਮੈਂਟ ਔਰ ਅਗਰ ਇਹਨਾਂ ਚੀਜ਼ਾਂ ਨੂੰ ਇੱਕ ਵਾਰੀ ਪਾਸੇ ਰੱਖ ਕੇ ਸੋਚਿਆ ਜਾਵੇ, ਤੁਹਾਨੂੰ ਲੱਗਦਾ ਕਿ ਕੰਜ਼ਿਊਮਰ ਵਾਸਤੇ ਮਾਰਕੀਟ ਦਾ ਖੁੱਲ੍ਹਣਾ ਬੈਨੀਫੀਸ਼ੀਅਲ ਹੋ ਸਕਦਾ ਲੌਂਗ ਟਰਮ ਦੇ ਵਿੱਚ? ਬਿਲਕੁਲ ਠੀਕ ਹੈ ਜੀ। ਗੱਲ ਤੁਹਾਡੀ ਬਿਲਕੁਲ ਠੀਕ ਹੈ ਕਿ ਜੇ ਟੈਰਿਫ ਲਾਤਾ, ਡਿਊਟੀ ਲਾ ਦਿੱਤੀ, ਇਹ ਡਿਊਟੀ ਕੰਜ਼ਿਊਮਰਸ ਹੈਵ ਟੂ ਪੇ ਔਰ ਉਹਨਾਂ ਨੇ ਉਹਦੀ ਕੀਮਤ ਵਧਾ ਦੇਣੀ ਆ। ਮੈਂ ਤੁਹਾਨੂੰ ਹੁਣ ਇੱਕ ਐਗਜ਼ਾਮਪਲ ਦਿੰਦਾ, ਜਿਹੜੀ ਗੱਲ ਟਰੰਪ ਕਰ ਰਿਹਾ, ਜੇ ਆਟੋ ਦੇ ਉੱਤੇ ਇਹਨਾਂ ਨੇ ਡਿਊਟੀ ਲਾਤੀ, ਜਿਹੜਾ ਅੱਜ ਟਰੱਕ 31,400 ਦਾ ਟਰੱਕ ਆ ਉਹਦੇ ਤੇ $6200 ਡਿਊਟੀ ਲੱਗ ਕੇ ਉਹ 37-38,000 ਦੇ ਦੁਆਲੇ ਚਲੇ ਜਾਂਦਾ। ਸੋ ਇੱਦਾਂ ਹੀ ਬਾਕੀ ਸਾਰੇ ਪ੍ਰੋਡਕਟ ਆ ਉਹਨਾਂ ਦੇ ਉੱਤੇ 25% ਉਹਦੇ 'ਚ ਹੋਰ ਐਡ ਕਰ ਲਓ, ਐਂਡ ਹੂ ਗੋਨਾ ਪੇ? ਦੀ ਕੰਜ਼ਿਊਮਰਸ ਗੋਨਾ ਪੇ। ਐਂਡ ਫਿਰ ਉਹ ਕੰਜ਼ਿਊਮਰ ਦਾ ਇਹ ਇੰਟਰਲੇਟਡ ਸਾਰਾ ਹੀ ਰਿਐਕਸ਼ਨ ਹੁੰਦਾ ਕਿ ਜਦੋਂ ਉਹ ਕੰਜ਼ਿਊਮਰਸ ਨੇ ਹਾਈ ਪ੍ਰਾਈਸ ਪੇ ਕਰਨੀ ਹੈ ਦੈਨ ਉਹ ਕੱਟ ਡਾਊਨ ਹੋਰ ਸਮਵੇਅਰ ਐਲਸ ਕਰੂਗਾ ਤੇ ਉਹਦਾ ਡੈਫੀਨਿਟਲੀ ਇਕਨੋਮੀ ਦੇ ਉੱਤੇ, ਇਕਨੋਮੀ ਵੱਲ ਸਲੋ ਐਂਡ ਇਕਨੋਮੀ ਦੇ ਉੱਤੇ ਫਰਕ ਪਏਗਾ। ਬਿਲਕੁਲ ਬਿਲਕੁਲ। ਅਸੀਂ ਇੱਕ ਛੋਟੇ ਜਿਹੇ ਬ੍ਰੇਕ ਵਾਸਤੇ ਰੁਕ ਰਹੇ ਹਾਂ, ਬ੍ਰੇਕ ਤੋਂ ਬਾਅਦ ਵਾਪਸ ਅਸੀਂ ਮੋਹਾਲੀ ਸਟੂਡੀਓ ਚੱਲਾਂਗੇ ਔਰ ਇਸ ਦੇ ਪਿੱਛੇ ਦੀ ਸਿਆਸਤ ਦੀ ਗੱਲ ਕਰਨੀ ਵੀ ਹਰਪ੍ਰੀਤ ਮੈਨੂੰ ਲੱਗਦਾ ਕਿ ਬਹੁਤ ਜ਼ਰੂਰੀ ਹੈ ਕਿ ਇਹ ਸਿਆਸਤ ਸਿਰਫ ਇਹ ਮਿਡ ਟਰਮ ਪੋਲਸ ਤੱਕ ਸੀਮਿਤ ਹੈ ਜਾਂ ਇਸ ਦੇ ਪਿੱਛੇ ਅਗਰ ਇਹ ਸਿਆਸਤ ਇਸੇ ਲਹਿਜੇ ਨਾਲ ਹੋ ਰਹੀ ਹੈ, ਇਸੇ ਨੂੰ ਆਧਾਰ ਰੱਖ ਕੇ ਹੋ ਰਹੀ ਹੈ ਤੇ ਇਸ ਤੋਂ ਪਹਿਲਾਂ ਇਹ ਜੀ ਸਿਆਸਤ ਕਿਉਂ ਨਹੀਂ ਕੀਤੀ ਗਈ? ਇਹ ਦੋਵੇਂ ਚੀਜ਼ਾਂ ਸੋਚਣੀਆਂ ਜ਼ਰੂਰੀ ਨੇ ਕਿਉਂਕਿ ਇਲੈਕਸ਼ਨ ਕੈਨੇਡਾ ਵਿੱਚ ਵੀ ਡਿਊ ਨੇ। ਜ਼ਾਹਿਰ ਹੈ ਇਹ ਕੀ ਸਿਆਸਤ ਕੋਈ ਸਿਆਸੀ ਮੁੱਦਾ ਬਣੇਗਾ, ਇਸ ਵਿੱਚ ਵੀ ਵੱਡਾ ਪੁਆਇੰਟ ਡਿਸਕਸ਼ਨ ਦਾ ਬਣਦਾ ਹੈ। ਅਸੀਂ ਵਾਪਸ ਹਰਪ੍ਰੀਤ ਕੋਲ ਜਾਵਾਂਗੇ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ। ਸਾਡੀ ਵਿਚਾਰ ਚਰਚਾ ਜਾਰੀ ਹੈ। ਦੋ ਦੇਸ਼ਾਂ ਦੇ ਦੁਵੱਲੇ ਸੰਬੰਧਾਂ ਦੇ ਵਿੱਚ ਖਟਾਸ ਆਈ ਹੈ। ਜਦੋਂ ਵੀ ਕੋਈ ਰਾਜਨੀਤਿਕ ਪਾਰਟੀ ਕੋਈ ਵੱਡਾ ਫੈਸਲਾ ਲੈਂਦੀ, ਕੋਈ ਸਰਕਾਰ ਵੱਡਾ ਫੈਸਲਾ ਲੈਂਦੀ ਹੈ ਤਾਂ ਉਸ ਵੇਲੇ ਸਰਕਾਰ ਦੇ ਵਿੱਚ ਜਿਹੜੀ ਰਾਜਨੀਤਿਕ ਪਾਰਟੀ ਹੁੰਦੀ ਹੈ ਉਹ ਆਪਣੇ ਰਾਜਨੀਤਿਕ ਫਾਇਦੇ ਬਾਰੇ ਜ਼ਰੂਰ ਦੇਖਦੀ ਹੈ। ਪ੍ਰਭਜੋਤ ਜੀ, ਹੁਣ ਜਦੋਂ ਇਹ ਫੈਸਲਾ ਲਿਆ ਜਾ ਰਿਹਾ ਹੈ ਜਾਂ ਲਿਆ ਜਾਵੇਗਾ
ਤਾਂ ਮੈਂ ਇਹਦੇ ਪਿੱਛੇ ਦੀ ਸਿਆਸਤ ਬਾਰੇ ਤੁਹਾਡੇ ਤੋਂ ਜ਼ਰੂਰ ਜਾਣਨਾ ਚਾਹਨਾ। ਜਿਵੇਂ ਸਭ ਨੂੰ ਪਤਾ ਕਿ ਕੈਨੇਡਾ ਦੇ ਵਿੱਚ ਵੀ ਜਲਦ ਇਲੈਕਸ਼ਨ ਹੋਣ ਵਾਲੀ ਹੈ, ਪਰ ਦੂਜੇ ਪਾਸੇ ਮੈਕਸੀਕੋ ਦੇ ਵਿੱਚ ਵੀ ਇਲੈਕਸ਼ਨਸ ਹੋਣ ਵਾਲੀਆਂ, ਜੇ ਮੈਂ ਗਲਤ ਨਹੀਂ ਹਾਂ ਤਾਂ ਤੁਹਾਨੂੰ ਲੱਗਦਾ ਕਿ ਰਾਜਨੀਤਿਕ ਲਾਹੇ ਨੂੰ ਵੇਖਦੇ ਹੋਇਆ ਵੀ ਇਹ ਫੈਸਲਾ ਲਿਆ ਜਾ ਸਕਦਾ, ਪਰ ਕੀ ਇਸ ਦਾ ਫਾਇਦਾ ਮਿਲੇਗਾ ਜਾਂ ਇਸ ਦਾ ਉਲਟ ਵੀ ਹੋ ਸਕਦਾ? ਦੇਖੋ ਹਰਪ੍ਰੀਤ, ਮੈਂ ਦੋ ਗੱਲਾਂ ਬਿਲਕੁਲ ਕਲੀਅਰ ਕਰਨੀ ਚਾਹਾਂਗਾ। ਇਹ ਜਿਹੜਾ ਐਗਰੀਮੈਂਟ ਹੈ ਨੈਫਟਾ ਔਰ ਜਾਂ ਪਹਿਲਾਂ ਫ੍ਰੀ ਟ੍ਰੇਡ ਐਗਰੀਮੈਂਟ ਸੀ, ਇਹ ਜਿਹੜੇ ਫੈਸਲੇ ਨੇ, ਇਹ ਜਿਹੜੇ ਐਗਰੀਮੈਂਟਸ ਨੇ, ਇਹਨਾਂ ਦੇ ਪਿੱਛੇ ਕੋਈ ਲੈਜਿਸਲੇਚਰ ਬੈਕਿੰਗ ਨਹੀਂ ਹੁੰਦੀ। ਇਹ ਕਦੇ ਕਿਸੇ US ਸੈਨੇਟ ਨੇ ਜਾਂ ਕਾਂਗਰਸ ਨੇ ਪਾਸ ਨਹੀਂ ਕੀਤੇ ਹੋਏ, ਇਹ ਐਡਮਿਨਿਸਟ੍ਰੇਟਿਵ ਨੇ। ਸੋ ਇਹਦੇ ਨਾਲ ਨਾਲ ਇਹ ਨਹੀਂ ਹੈ ਕਿ ਜੇ ਇੱਕ ਸਰਕਾਰ ਫੈਸਲਾ ਕਰਦੀ ਹੈ, ਐਡਮਿਨਿਸਟ੍ਰੇਸ਼ਨ ਫੈਸਲਾ ਕਰਦੀ ਹੈ ਕਿ ਲੋਕੀ ਇਹ ਫੈਸਲਾ ਲਾਗੂ ਹੋ ਜਾਏਗਾ। ਯੂ ਸੀ ਬਹੁਤ ਵੱਡੀ ਇੱਕ ਲੌਬੀ ਹੈ, ਇੰਡਸਟਰੀ ਦੀ ਲੌਬੀ ਹੋਏਗੀ, ਟ੍ਰੇਡ ਐਂਡ ਉਹ ਮੈਨੂਫੈਕਚਰਿੰਗ ਦੀ ਲੌਬੀ ਹੋਏਗੀ, ਬਿਜ਼ਨਸ ਦੀ ਲੌਬੀ ਹੋਏਗੀ, ਜਿਨ੍ਹਾਂ ਦੇ ਵਪਾਰ ਟ੍ਰੇਡ ਇੰਡਸਟਰੀ ਬੰਦ ਹੋ ਰਹੀ ਹੈ ਇਹਨਾਂ ਟੈਕਸਾਂ ਲੱਗਣ ਕਾਰਨ, ਉਹ ਵੀ ਰਿਟੈਲੀਏਟ ਕਰੇਗੀ, ਉਹ ਵੀ ਆਪਣਾ ਇੱਕ ਲੌਬੀ ਜਾਂ ਪ੍ਰੈਸ਼ਰ ਬਿਲਡ ਕਰੇਗੀ। ਸੋ ਇੰਨਾ ਈਜ਼ੀ ਨਹੀਂ ਹੋਏਗਾ ਇਹ ਫੈਸਲੇ ਲਾਗੂ ਕਰਨੇ, ਈਵਨ ਫॉर ਕੈਨੇਡਾ ਔਰ ਈਵਨ ਫॉर US, ਬਿਕਾਜ਼ ਉਹ ਲੋਕ ਕਿੱਥੇ ਜਾਣਗੇ ਜਿਨ੍ਹਾਂ ਦੀ ਇੰਡਸਟਰੀ ਇੱਕਦਮ 27% ਤੁਸੀਂ ਵਰਲਡ ਅੱਜ ਕੱਲ੍ਹ ਇੰਨਾ ਕੰਪੀਟੀਟਿਵ ਹੈ, ਕੰਪੀਟ ਨਹੀਂ ਕਰ ਸਕਦੇ, ਬਿਕਾਜ਼ ਮਾਰਕੀਟ ਦਾ ਸਾਈਜ਼ ਉਹੀ ਰਹਿਣਾ ਔਰ ਰਿਕੁਆਇਰਮੈਂਟ ਵੀ ਲੋਕਾਂ ਦੀ ਰਹਿਣੀ ਹੈ। ਜੇ ਕੈਨੇਡਾ ਤੋਂ ਵਹੀਕਲਸ ਨਹੀਂ ਆਉਣਗੇ ਤਾਂ ਉਹ ਚਾਈਨਾ ਤੋਂ ਆਉਣਗੇ, ਜਾਪਾਨ ਤੋਂ ਆਉਣਗੇ, ਕੋਰੀਆ ਤੋਂ ਆਉਣਗੇ, ਕਿਸੇ ਦੀ ਮਾਰਕੀਟ ਖੁੱਲੇਗੀ। ਲੇਕਿਨ ਜਿਹੜੀ ਇਹਨਾਂ ਦੀ ਇੰਡਸਟਰੀ ਹੋਏਗੀ, ਇਹਨਾਂ ਵਿੱਚ ਜਿਹੜੇ ਲੋਕ ਇੰਪਲੋਇਡ ਨੇ, ਜਿਹੜੇ ਇੰਨੀ ਵੱਡੀ ਲੋਕਾਂ ਨੇ ਇਨਵੈਸਟਮੈਂਟ ਕੀਤੀ ਹੋਈ ਹੈ, ਇੰਨੀ ਇੰਡਸਟਰੀ ਲਾਈਆਂ ਹੋਈਆਂ ਨੇ, ਉਹ ਕੋਈ ਵੇਸਟ ਨਹੀਂ ਜਾਣ ਦੇਵੇਗਾ। ਸੋ ਇਸ ਕਰਕੇ ਪ੍ਰੈਸ਼ਰ ਤਾਂ ਇਹ ਲੌਬੀਆਂ ਦਾ ਵੀ ਪਵੇਗਾ US ਐਡਮਿਨਿਸਟ੍ਰੇਸ਼ਨ ਤੇ ਵੀ ਤੇ ਕੈਨੇਡਾ ਗਵਰਨਮੈਂਟ ਤੇ ਵੀ। ਇਹ ਬੜੀ ਵੱਡੀ ਗੱਲ ਹੈ, ਇੱਕ ਨੰਬਰ 1 ਗੱਲ। ਨੰਬਰ 2, ਅੱਜ ਕੱਲ੍ਹ ਫ੍ਰੀ ਮਾਰਕੀਟ ਦਾ ਜਿਵੇਂ ਕੰਸੈਪਟ ਗ੍ਰੈਜੂਅਲੀ ਆ ਰਿਹਾ ਜੀ, ਔਰ ਜਿਵੇਂ ਜਿਵੇਂ ਟ੍ਰੇਡ ਵੱਧਦਾ ਜਾ ਰਿਹਾ ਤਾਂ ਹਰ ਸਰਕਾਰ ਚਾਹੁੰਦੀ ਹੈ ਕਿ ਆਪਣੀ ਇੰਡਸਟਰੀ ਨੂੰ ਪ੍ਰੋਟੈਕਟ ਕਰੇ। ਠੀਕ ਹੈ, ਪ੍ਰੋਟੈਕਟ ਕਰੋ, ਲੇਕਿਨ ਜਦੋਂ ਤੁਸੀਂ ਇੱਕ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਦਾ ਤੁਸੀਂ ਮੈਂਬਰ ਬਣ ਗਏ ਹੋ ਤਾਂ ਸਰਟਨ ਕੰਡੀਸ਼ਨਸ ਉਹਨਾਂ ਦੀਆਂ ਵੀ ਲਾਗੂ ਹੁੰਦੀਆਂ ਨੇ। ਸੋ ਉਹ ਤੁਹਾਨੂੰ ਉਹ ਵੀ ਫੈਕਟਰ ਧਿਆਨ 'ਚ ਰੱਖਣੇ ਪੈਣਗੇ। ਤੁਸੀਂ ਇਕੱਲੇ ਹੋ ਕੇ ਫੈਸਲਾ ਨਹੀਂ ਲੈ ਸਕਦੇ। ਜਿਵੇਂ ਡਾਕਟਰ ਉਹਨਾਂ ਨੇ ਕਿਹਾ, ਮਿਸਟਰ ਢੀਂਡਸਾ ਨੇ ਕਿਹਾ ਕਿ ਜਿਹੜੀ G7 ਹੋਈ ਸੀ, ਇਟ ਵਾਜ਼ 1 versus 6। ਬਿਲਕੁਲ ਠੀਕ ਗੱਲ ਉਹਨਾਂ ਨੇ ਕਹੀ ਆ ਕਿ ਟਰੰਪ ਇਕੱਲਾ ਹੋ ਗਿਆ, ਲੇਕਿਨ ਤੁਸੀਂ ਆਈਸੋਲੇਸ਼ਨ ਵਿੱਚ ਅੱਜ ਕੱਲ੍ਹ ਦੇ ਕੰਪੈਟੀਟਿਵ ਇਕਨੋਮਿਕ ਵਰਲਡ ਵਿੱਚ ਸਰਵਾਈਵ ਨਹੀਂ ਕਰ ਸਕਦੇ। ਸੋ ਅਮਰੀਕਾ ਨੂੰ ਡੈਫੀਨਿਟਲੀ ਇਹਦੇ ਤੇ ਰੀਥਿੰਕ ਕਰਨਾ ਪੈਣਾ ਔਰ ਇੰਨਾ ਈਜ਼ੀ ਨਹੀਂ ਹੋਣਾ ਇਹ ਜਿਹੜੀਆਂ ਉਹਨਾਂ ਨੇ ਪ੍ਰਪੋਜ਼ਲਸ ਕੀਤੇ ਨੇ ਇਹਨਾਂ ਨੂੰ ਲਾਗੂ ਕਰਨਾ। ਠੀਕ ਹੈ ਨਿਰਮਲ ਢੀਂਡਸਾ ਜੀ, ਇੱਕ ਅਹਿਮ ਸਵਾਲ ਮੈਂ ਤੁਹਾਡੇ ਤੋਂ ਜ਼ਰੂਰ ਜਾਣਨਾ ਚਾਹਨਾ ਕਿ ਜਿਹੜੀ ਟ੍ਰੇਡ ਵਾਰ ਚੱਲ ਰਹੀ ਹੈ ਕੈਨੇਡਾ ਤੇ US ਦੇ ਵਿਚਾਲੇ, ਇਸ ਦੇ ਦੌਰਾਨ ਲੋਕਾਂ ਦੇ ਵਿੱਚ ਜਿਹੜਾ ਆਪਸੀ ਮਿਲਵਰਤਨ ਹੈ, ਆਪਸੀ ਭਾਈਚਾਰਕ ਸਾਂਝ ਹੈਗੀ ਹੈ, ਬੜੀ ਗੂੜੀ ਹੈ, ਕਿਉਂਕਿ ਵਪਾਰ ਦੇ ਨਾਲ ਨਾਲ ਹੋਰ ਬੜੀਆਂ ਸਾਂਝਾਂ ਹੈਗੀਆਂ ਨੇ। ਕਿ ਉਹਨਾਂ ਦੇ ਰਿਸ਼ਤਿਆਂ ਤੇ ਵੀ ਕੋਈ ਫਰਕ ਪਊਗਾ? ਡੈਫੀਨਿਟਲੀ ਫਰਕ ਪਊਗਾ ਜੀ, ਪਰ ਇਹਦੇ ਮੈਂ ਇੱਕ ਗੱਲ ਮੈਂ ਕਰੈਕਟ ਕਰ ਦਿਆਂ ਕਿ ਜਿਹੜਾ ਫ੍ਰੀ ਟ੍ਰੇਡ ਆ ਇਹ 1994 ਚ ਹੋਇਆ ਸੀ। ਔਰ 1994 ਕਿਉਂਕਿ ਮੈਂ ਤਾਂ ਇੱਥੇ ਬੜੀ ਦੇਰ ਦਾ ਰਹਿਣਾ, ਕੈਨੇਡਾ ਵਿੱਚ ਰਹਿਣਾ, ਮੈਂ ਇਹਨਾਂ ਤੇ ਨਿਗਾਹ ਰੱਖਦਾ। ਉਦੋਂ ਮਲੋਨੀ ਪ੍ਰਾਈਮ ਮਿਨਿਸਟਰ ਸੀ ਕੈਨੇਡਾ ਦਾ, ਕੰਜ਼ਰਵੇਟਿਵ ਪਾਰਟੀ ਦਾ। ਉਧਰ ਸੀਗੇ ਰੀਗਨ, ਉਹ ਵੀ ਇਸ ਰਿਪਬਲਿਕਨ ਪਾਰਟੀ ਦੇ ਪ੍ਰੈਜ਼ੀਡੈਂਟ ਸੀ। ਐਂਡ ਇਹ ਜਿਹੜੀ ਨੈਫਟਾ ਕੀਤੀ ਗਈ ਆ ਇੱਥੇ ਕੈਨੇਡਾ ਦੇ ਵਿੱਚ, ਉਹਦੇ ਤੇ ਰੈਫਰੈਂਡਮ ਹੋਇਆ ਸੀ ਸਾਰੇ ਕੈਨੇਡਾ ਦੇ ਲੈਵਲ ਦੇ ਉੱਤੇ, ਔਰ ਬੜਾ ਫਸਮਾ ਅਤੇ ਇਹਦੇ ਤੇ ਬਹਿਸ ਹੋਈ ਸੀ। ਇੱਦਾਂ ਹੀ ਅਮਰੀਕਾ ਦੇ ਵਿੱਚ ਇਹ ਨੈਫਟਾ ਸੈਨੇਟ ਥਰੂ ਪਾਸ ਹੋਇਆ, ਕਾਂਗਰਸ ਥਰੂ ਪਾਸ ਹੋਇਆ। ਇਹ ਠੀਕ ਹੈ ਕਿ ਐਡਮਿਨਿਸਟ੍ਰੇਟਿਵ ਪੁਆਇੰਟ ਆਫ ਵਿਊ ਤੋਂ ਇਹਨੇ ਉਹਨੂੰ ਓਪਨ ਦੀ ਕੋਸ਼ਿਸ਼ ਕੀਤੀ ਆ, ਪਰ ਇਹ ਇੰਨਾ ਈਜ਼ੀ ਨਹੀਂ ਕਿ ਨੈਫਟਾ ਦੇ ਵਿੱਚੋਂ ਐਡੀ ਛੇਤੀ ਇਹ ਟਰੰਪ ਨਿਕਲ ਸਕਦਾ, ਜੇ ਕਿਉਂਕਿ ਇਟ ਹੈਜ਼ ਟੂ ਗੋ ਥਰੂ ਦੀ ਸੈਨੇਟ। ਐਂਡ ਜੇ ਸੈਨੇਟ ਦੇ ਵਿੱਚ, ਹੁਣ ਸੈਨੇਟ ਦੇ ਵਿੱਚ ਵੀ ਆ, ਸੈਨੇਟ ਦੇ ਵਿੱਚ ਬਹੁਤ ਸਾਰੇ ਸੈਨੇਟਰਸ ਨੈਫਟਾ ਦੇ ਹੱਕ ਵਿੱਚ ਆ, ਕਿਉਂਕਿ ਕੈਨੇਡਾ ਦੇ ਵਿੱਚ ਜਿਹੜੀ ਜੇ ਤੁਸੀਂ ਦੋਨਾਂ ਕੰਟਰੀਆਂ ਦਾ ਲੈ ਲਓ, ਬਹੁਤ ਗੂੜਾ ਸੰਬੰਧ ਆ, ਸੋਸ਼ਲੀ ਵੀ ਆ, ਕਲਚਰਲੀ ਵੀ ਆ, ਪੋਲੀਟੀਕਲੀ ਵੀ ਆ। ਐਂਡ ਜਿਹੜੀ ਹੁਣ ਲੋਕਾਂ ਦਾ ਦੇਖੋ, ਅਸੀਂ ਜਦ ਇੱਥੋਂ ਅਮਰੀਕਾ ਜਾਈਦਾ ਸਾਨੂੰ ਵੀਜ਼ੇ ਦੀ ਲੋੜ ਨਹੀਂ, ਅਸੀਂ ਅਮਰੀਕਾ ਦੇ ਵਿੱਚ ਜਾ ਕੇ ਕੰਮ ਵੀ ਕਰ ਸਕਦੇ ਹਾਂ। ਇੱਦਾਂ ਅਮਰੀਕਨ ਆ ਕੇ ਇੱਥੇ ਉਹਨਾਂ ਨੂੰ ਵੀਜ਼ੇ ਦੀ ਲੋੜ ਨਹੀਂ, ਉਹ ਇੱਥੇ ਆ ਕੇ ਕੈਨੇਡਾ ਦੇ ਵਿੱਚ ਕੰਮ ਕਰ ਸਕਦੇ ਆ। ਹੁਣ ਕੈਨੇਡਾ ਦੇ ਵਿੱਚ ਤੁਸੀਂ ਦੇਖੋ ਜਿੰਨੀ ਆਟੋ ਇੰਡਸਟਰੀ ਹੈ ਉਹ ਸਾਰੀ ਅਮਰੀਕਨ ਹੈ। ਐਂਡ ਕੈਨੇਡਾ ਦਾ 80% ਜਿਹੜਾ ਟ੍ਰੇਡ ਆ ਅਮਰੀਕਾ ਦੇ ਨਾਲ, ਡਾਇਰੈਕਟ ਤੇ ਇਨਡਾਇਰੈਕਟ ਅਮਰੀਕਾ ਦੇ ਨਾਲ ਆ। $140 ਬਿਲੀਅਨ ਦਾ ਜਿਹੜਾ ਟ੍ਰੇਡ ਹੈ ਐਨੂਅਲੀ ਅਮਰੀਕਾ ਦੇ ਨਾਲ ਹੋ ਰਿਹਾ। ਮਤਲਬ ਇਹ ਜਿਹੜਾ ਰਿਸ਼ਤਾ ਇਹ ਐਡੀ ਛੇਤੀ ਟੁੱਟਣ ਵਾਲਾ ਨਹੀਂ, ਕਿਉਂਕਿ ਗੁਆਂਢ ਦੇ ਵਿੱਚ ਇੱਥੇ ਨਾ ਕੋਈ ਵਿਚਾਲੇ ਸਮੁੰਦਰ ਪੈਂਦਾ, ਨਾ ਕੁਛ ਹੋ ਰਿਹਾ, ਬਾਰਡਰ ਆ, ਬਹੁਤ ਬੜੇ ਬਾਰਡਰ ਆ।
ਐਂਡ ਇਹ ਬਹੁਤ ਪੁਰਾਣਾ ਰਿਸ਼ਤਾ ਅਮਰੀਕਾ ਤੇ ਕੈਨੇਡਾ ਦਾ ਚੱਲਦਾ ਆ ਰਿਹਾ। ਆ ਜਿਹੜੀ ਮੈਨੂੰ ਲੱਗਦਾ ਟਰੰਪ ਲੈ ਕੇ ਆਇਆ ਨਵੀਂ ਪਾਲਿਸੀ, ਇਹਦੇ ਨਾ ਅਮਰੀਕਨ ਲੋਕੀ 60% ਜਿਹੜੇ ਅਮਰੀਕਨ ਆ ਇਹਦਾ ਵਿਰੋਧ ਕਰ ਰਹੇ ਆ। ਐਂਡ ਇਹ ਤਾਂ ਮੇਰਾ ਖਿਆਲ ਇੱਕ ਤਾਂ ਮਿਡ ਟਰਮ ਦੇ ਇਲੈਕਸ਼ਨਸ ਦੀ ਗੱਲ ਹੋ ਰਹੀ ਆ, ਦੂਸਰੀ ਹੋ ਰਹੀ ਆ ਕਿ ਜਿਹੜਾ ਉਹ ਪਪੂਲਰ ਵੋਟ ਆ ਜਿਹਦੇ ਸਿਰ ਤੇ ਉਹ ਜਿੱਤਿਆ, ਉਸ ਐਲੀਮੈਂਟ ਨੂੰ ਇਹ ਐਡਰੈਸ ਕਰਨਾ ਚਾਹੁੰਦਾ। ਪਰ ਮੈਨੂੰ ਲੱਗਦਾ ਇਹਦੇ ਵਿੱਚ ਡੈਫੀਨਿਟਲੀ ਤਬਦੀਲੀ ਆਏਗੀ। ਜੀ ਚਲੋ ਤਬਦੀਲੀ ਆਏਗੀ ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਦੇਖਣ ਵਾਲੀਆਂ ਨੇ। ਜੇ ਇੱਕ ਧੜੇ ਨੂੰ ਤੁਸੀਂ ਫਾਇਦਾ ਦੇ ਰਹੇ ਹੋ ਤਾਂ ਇੱਕ ਵੱਡੇ ਧੜੇ ਦਾ ਨੁਕਸਾਨ ਵੀ ਹੋ ਰਿਹਾ, ਨੁਕਸਾਨ ਵੀ ਨਫੇ ਨਾਲੋਂ ਜ਼ਿਆਦਾ ਦੇਖਣੇ ਪੈਣੇ ਨੇ। ਬਹੁਤ ਬਹੁਤ ਧੰਨਵਾਦ ਸਾਰੇ ਮਹਿਮਾਨਾਂ ਦਾ ਇਸ ਪੂਰੀ ਵਿਚਾਰ ਚਰਚਾ ਸਾਡੇ ਨਾਲ ਬਣੇ ਰਹਿਣ ਦੇ ਲਈ। ਨਰਿੰਦਰ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਸਾਨੂੰ ਸਹਿਯੋਗ ਦੇਣ ਦੇ ਲਈ। ਸੋ ਉਮੀਦ ਅਸੀਂ ਇਹੀ ਕਰਦੇ ਹਾਂ ਕਿ ਜਦੋਂ ਵੀ ਤੁਸੀਂ ਦਵੱਲੇ ਸਬੰਧਾਂ ਦੀ ਗੱਲ ਕਰਦੇ ਹੋ, ਜਦੋਂ ਇਹ ਟ੍ਰੇਡ ਦੀ ਗੱਲ ਕਰਦੇ ਹੋ, ਤਾਂ ਇਹਦੇ ਪਿੱਛੇ ਜਿਹੜੇ ਹਿੱਤ ਜੁੜੇ ਹੋਏ ਨੇ, ਇਹਦੇ ਪਿੱਛੇ ਜਿਹੜੇ ਲੋਕ ਜੁੜੇ ਹੋਏ ਨੇ, ਉਹਨਾਂ ਦੇ ਪਰਿਵਾਰ ਜੁੜੇ ਹੋਏ ਨੇ, ਉਹਨਾਂ ਦੇ ਖਿਆਲ ਜ਼ਰੂਰ ਪਹਿਲਾਂ ਜ਼ਿਹਨ ਦੇ ਵਿੱਚ ਹੋਣੇ ਚਾਹੀਦੇ ਨੇ। ਆਉਣ ਵਾਲੇ ਸਮੇਂ ਦੇ ਵਿੱਚ ਇਹ ਸਾਰੀ ਪ੍ਰਕਿਰਿਆ ਕੀ ਰੂਪ ਅਖਤਿਆਰ ਕਰਦੀ ਹੈ, ਇਸ ਤੇ ਅਸੀਂ ਨਜ਼ਰ ਰੱਖਾਂਗੇ। ਦੇਸ਼ ਦੁਨੀਆ ਦੀ ਬਾਕੀ ਖਬਰਾਂ ਲਈ ਬਣੇ ਰਹੋ PTC ਨਿਊਜ਼ ਦੇ ਨਾਲ। ਧੰਨਵਾਦ।